खेती करने के भी नहीं छोड़ते आप तो। कानून ऐसे बना दिए हमारे लिए, ट्रैक्टर इतना महंगा मिलता है, लोन 1 किले जमीन पे 2 लाख रुपए लोन मिलता है और आपके इंडस्ट्रियलिस्ट इतने लाखों करोड़ों का लोन लेके बाहर भाग। ਅਸੀਂ ਆਪਣੇ ਖੂਨ ਦੇ ਕਤਰੇ ਦੇ ਨਾਲ ਇਤਿਹਾਸ ਦੁਬਾਰਾ ਲਿਖ ਦਾਂਗੇ, ਲਿਖਣ ਆਏ ਆ ਤੇ ਲਿਖ ਕੇ ਜਾਵਾਂਗੇ। मैं परसों सिर्फ आधार कार्ड ते आई कार्ड पैसे ਚੱਕਿਆ, ਇਸ ਕਰਕੇ ਮੈਂ ਜੇ ਮੇਰੀ ਉੱਥੇ ਸ਼ਹਾਦਤ ਵੀ ਹੋ ਜਾਂਦੀ ਹੈ ਨਾ, ਮੈਨੂੰ ਮੇਰੇ ਪਤੇ ਤੇ ਮੇਰੇ ਘਰੇ ਭੇਜ ਦੇਣਗੇ। ਇੱਥੋਂ 8 ਕਿਲੋਮੀਟਰ ਦੂਰ ਤੱਕ ਤੁਹਾਨੂੰ ਟਰਾਲੀ ਚੜੀ ਦਿਖੇਗੀ, ਜਿਹੜੇ ਕਿ ਇੰਨੀ ਦੂਰੋਂ ਪੰਜਾਬ ਤੋਂ, ਹਰਿਆਣਾ ਤੋਂ, ਹੁਣ ਤਾਂ ਰਾਜਸਥਾਨ ਤੋਂ, ਯੂਪੀ ਤੋਂ ਵੀ ਪਹੁੰਚ ਰਹੇ ਨੇ। ਚਾਹੇ ਗੋਲੇ ਸਿੱਟ ਲੈਣ, ਚਾਹੇ ਗੋਲੀਆਂ ਮਾਰ ਲੈਣ, ਇਹ ਸਿੱਖਾਂ ਨੂੰ ਤੇ ਸਰਦਾਰਾਂ ਨੂੰ ਤੇ ਮਜ਼ਦੂਰਾਂ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਦੋ ਸ਼ਬਦਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਕਹਿਣਾ ਹੋਏ ਤਾਂ ਕੀ ਕਹੋਗੇ? ਲਾਣਤਾ ਤੋਂ ਬਗੈਰ ਉਹਨੂੰ ਕੀ ਕਹਿ ਸਕਦੇ ਹਾਂ, ਸਿਰਫ ਲਾਣਤਾ ਹੀ ਪਾ ਸਕਦੇ ਹਾਂ। ਮੈਨੂੰ ਘਰ-ਬਾਰ ਫੋਨ ਹੀ ਨਹੀਂ ਆਉਂਦਾ, ਘਰੇ ਜਿੰਦਾ ਮਾਰ ਕੇ ਆ ਕੱਲਾ ਮਾਂ, ਕੋਈ ਚੱਕਰ ਹੀ ਨਹੀਂ। ਤੇ ਜ਼ਮੀਨ ਜੱਟ ਦੀ ਮਾਂ ਹੁੰਦੀ ਆ, ਜੱਟ ਦਾ ਜ਼ਮੀਨ ਬਿਨਾ ਅਮਲੀ ਦਾ ਫੀਮ ਬਣਾ ਇਹ ਨਹੀਂ ਨਾ ਸਰਦਾ ਕਹਿੰਦੇ ਹੁੰਦੇ ਜੀ। जिस पॉलिटिशियन को देना है साथ दो वरना मत दो, रोटी मत सेको। नितर मोदी जी जैसे दुनिया का हाल हुआ, फिर आपका यहाँ हाल होगा, क्या फायदा देते हैं? किसान एकता मोदी सरकार मुर्दाबाद, मोदी सरकार मुर्दाबाद। ਹੁਣ ਅਸੀਂ ਤੇਰੀ ਧੌਣ ਤੇ ਗੋਡਾ ਰੱਖਿਆ, ਇਹ ਮੋਰਚਾ ਸਿਰੇ ਲਾ ਕੇ ਜਾਵਾਂਗੇ, ਭਲਾ ਸਾਨੂੰ ਜਾਨਾਂ ਵੀ ਕਿਉਂ ਨਾ ਕੁਰਬਾਨ ਕਰਨੀਆਂ ਪੈਣ ਇੱਥੇ। ਖੱਟੜ ਸਾਹਿਬ, ਤੁਸੀਂ ਆ ਆਧਾਰ ਕਾਰਡ ਦੇਖ ਲਿਓ, ਫੋਟੋ ਵੀ ਦੇਖ ਲਿਓ। ਇਹ ਤੁਹਾਡੇ ਸੂਬੇ ਦੇ ਲੋਕ ਹੈਗੇ ਨੇ, ਵਾਸੀ ਹੈਗੇ ਨੇ, ਜਿਨ੍ਹਾਂ ਨੂੰ ਤੁਸੀਂ ਮੰਨਣ ਨੂੰ ਇਨਕਾਰ ਨਹੀਂ ਹੈਗੇ। ਆਹ ਦੇਖੋ, ਹੋਰ ਇਹ ਹਰਿਆਣੇ ਤੋਂ ਆਏ ਨੇ। ਸਾਨੂੰ ਤੇ ਪਤਾ ਹੀ ਨਹੀਂ ਵੀ ਸਾਡਾ ਮੁੱਖ ਮੰਤਰੀ ਵੀ ਬਣਾਇਆ ਇਹਨੇ ਸਰਕਾਰ ਨੇ। ਕਿਸਾਨੋਂ ਕੇ ਲਈ ਕੁਝ ਨਹੀਂ ਕੀਤਾ, ਕਿਸਾਨ ਰੋ ਰਿਹਾ ਹੈ। ਬੀਜੇਪੀ ਨੂੰ ਛੱਡ ਕੇ ਇਹਨੂੰ ਵੋਟਾਂ ਪਾਈਆਂ ਹਨ ਵੀ ਕਿਸਾਨ ਦਾ ਪੁੱਤਰ ਏ ਤੇ ਕਿਸਾਨਾਂ ਦਾ ਕੁਝ ਨਾ ਕੁਝ ਭਲਾ ਕਰੇਗਾ। ਠੀਕ ਹੈ, ਸਾਨੂੰ ਕੀ ਪਤਾ ਸੀ ਇਹਨੇ ਜਾ ਕੇ ਫਿਰ ਬੀਜੇਪੀ ਦੀ ਝੋਲੀ 'ਚ ਬਹਿ ਜਾਣਾ। ਚਿੜੀਆਂ ਨਾਲ ਮੈਂ ਬਾਜ ਲਵਾਂ, ਲੜਾਵਾਂ ਤਾਂ ਵੀ ਗੋਬਿੰਦ ਨਾਮ ਕਹਾਵਾਂ। ਅਸੀਂ ਗੋਬਿੰਦ ਸਿੰਘ ਦੇ ਪੁੱਤਰ ਆ, ਐਦਾਂ ਨਹੀਂ ਜਾਂਦੇ। अगर सरकार नहीं झुकती है तो ये हरियाणा है, 10 साल बैठ जाएंगे, 15 साल बैठ, सरकार बदलने का मौका तो आएगा हमारे पास। ਸਾਨੂੰ ਅੱਗੋਂ ਨੇ ਕਿਹਾ ਹੋਇਆ ਸੀ, ਜੋ ਜਿਹੜੇ ਸਾਨੂੰ ਗਾਈਡ ਕਰ ਰਹੇ ਸੀ, ਵੀ ਤੁਸੀਂ ਫਰੰਟ ਲੇਨ ਤੇ ਨਹੀਂ ਚੱਲਣਾ, ਫਰੰਟ ਲੇਨ ਤੇ ਸਿਰਫ ਟਰੈਕਟਰ ਚੱਲਣਗੇ, ਜਿਹੜੇ 4x4 ਟਰੈਕਟਰ ਨੇ, ਜਿਨ੍ਹਾਂ ਦੇ ਉੱਤੇ ਸਿਰਫ ਯੂਥ ਹੈ। ਇਹ ਜਿਹੜਾ ਵਿਕ ਗਿਆ ਉਹ ਪੰਜਾਬ ਦੇ ਵਿੱਚ ਵੀ ਨਹੀਂ ਜਾਊਗਾ, ਉਹਨੂੰ ਪੰਜਾਬ 'ਚ ਮਾਰ ਦੇਣਗੇ। ਕੋਈ ਮੇਰੇ ਕੋਲੇ ਕੰਬਲੀ ਨਹੀਂ, ਕੋਈ ਮੇਰੇ ਕੋਲੇ ਰਜਾਈ ਨਹੀਂ, ਮੈਂ ਢਾਬੇ ਦੇ ਵਿੱਚ ਰਾਤ ਕੱਟੀ। ਤੇ ਕੰਗਨਾ ਰਣੌਤ ਔਰਤ ਹੋ ਕੇ ਵੀ ਔਰਤਾਂ ਨਾਲ ਨਹੀਂ ਜਦੋਂ ਖੜਦੀ ਤਾਂ ਫਿਰ ਉਹ ਔਰਤਾਂ ਦੀ ਨੁਮਾਇੰਦਗੀ ਨਹੀਂ ਕਰ ਰਹੀ, ਉਹ ਸੰਘੀਆਂ ਦੇ ਸਿਸਟਮ ਦੀ ਨੁਮਾਇੰਦਗੀ ਕਰ ਰਹੀ ਆ। ਸਾਡੇ ਸਿੰਘਾਂ ਨੇ ਉਹ ਗੋਲਿਆਂ ਨੂੰ ਬੋਰੀਆਂ ਦੇ ਨਾਲ ਲਪੇਟ ਕੇ ਡੱਬੇ ਵਿੱਚ ਪਾ ਕੇ ਉਹਨੂੰ ਕੈਚ ਕਰ ਲਿਆ। ਸੋ ਇਸ ਵੇਲੇ ਅਸੀਂ ਦਿੱਲੀ ਹਰਿਆਣਾ ਦੇ ਕੁੰਡਲੀ ਬਾਰਡਰ ਦੇ ਉੱਤੇ ਖੜੇ ਹੋਏ ਹਾਂ। ਇੱਥੇ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ। ਦਿੱਲੀ ਦੇ ਨਾਲ ਲੱਗਦੇ ਜਿੰਨੇ ਵੀ ਬਾਰਡਰ ਹੈਗੇ ਨੇ, ਜਿਹੜੇ ਦੂਜੀ ਸਟੇਟਾਂ ਨਾਲ ਦਿੱਲੀ ਨਾਲ ਜੋੜਦੇ ਨੇ, ਉਹਨਾਂ ਦੇ ਉੱਤੇ ਕਿਸਾਨਾਂ ਦੇ ਧਰਨੇ ਜਾਰੀ ਹੈਗੇ ਨੇ। ਤੇ ਪੰਜਾਬ ਦੇ ਵਿੱਚੋਂ ਇਹ ਅੰਦੋਲਨ ਉੱਠਿਆ, ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਵਧਿਆ, ਉਸ ਤੋਂ ਬਾਅਦ ਮੱਧ ਪ੍ਰਦੇਸ਼, ਰਾਜਸਥਾਨ ਤੇ ਕਈ ਹੋਰ ਸਟੇਟਾਂ ਦੇ ਵਿੱਚ ਇਹ ਅੰਦੋਲਨ ਵੱਧਦਾ ਹੀ ਗਿਆ। ਖਬਰਾਂ ਇਹ ਨੇ ਕਿ ਇਸ ਅੰਦੋਲਨ ਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਉਹ ਇੱਥੇ ਪੁੱਜੇ ਹੋਏ ਨੇ। ਪਰ ਦੂਜੇ ਪਾਸੇ ਕੇਂਦਰ ਸਰਕਾਰ ਤੇ ਭਾਜਪਾ ਦੀਆਂ ਸੂਬਾ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਇਹ ਜਿਹੜਾ ਅੰਦੋਲਨ ਹੈਗਾ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈਗਾ, ਪੰਜਾਬ ਦੇ ਕਿਸਾਨ ਹੀ ਇੱਥੇ ਆਏ ਹੋਏ ਨੇ। ਸੋ ਅੱਜ ਅਸੀਂ ਇੱਥੇ ਜਾ ਕੇ ਗੱਲਬਾਤ ਕਰਾਂਗੇ ਕਿਸਾਨ ਵੀਰਾਂ ਦੇ ਨਾਲ ਕਿ ਉਹ ਕਿਹੜੀਆਂ-ਕਿਹੜੀਆਂ ਥਾਵਾਂ ਤੋਂ ਇੱਥੇ ਪੁੱਜੇ ਹੋਏ ਨੇ, ਕਿੰਨੇ ਕੁ ਦਿਨਾਂ ਤੋਂ ਇੱਥੇ ਪੁੱਜੇ ਹੋਏ ਨੇ, ਕੀ ਉਹਨਾਂ ਨੂੰ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ ਨੇ ਤੇ ਉਹ ਸਰਕਾਰ ਤੋਂ ਕੀ ਮੰਗ ਕਰਦੇ ਨੇ, ਕਿਉਂਕਿ ਕੇਂਦਰ ਦੇ ਨਾਲ ਲਗਾਤਾਰ ਕਿਸਾਨ ਆਗੂਆਂ ਦੀਆਂ ਵੀ ਬੈਠਕਾਂ ਜਾਰੀ ਨੇ। ਆਓ ਫਿਰ ਚੱਲਦੇ ਹਾਂ। ਤੁਸੀਂ ਇਹ ਤਸਵੀਰਾਂ ਕੁੰਡਲੀ ਬਾਰਡਰ ਦੀਆਂ ਦੇਖ ਰਹੇ ਹੋ। ਮੇਰੇ ਵੀਰ ਇੱਥੇ ਜਕਾਰਾ ਛੱਡ ਰਹੇ ਨੇ। ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈਗਾ। ਪਰਮ ਨਿਮਾਣਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਇਸ ਅੰਦੋਲਨ ਦੇ ਵਿੱਚ ਕਿੰਨੇ ਦਿਨ ਹੋ ਗਏ ਆਇਆਂ ਨੂੰ ਤੇ ਕਿਵੇਂ ਪੁੱਜੇ? ਮੈਂ ਦੱਸ ਦੇਣਾ ਚਾਹੁੰਦਾ, ਸਭ ਤੋਂ ਪਹਿਲਾਂ ਸ਼ੁਕਰੀਆ, ਮਿਹਰਬਾਨੀ। ਮੈਂ ਦੱਸ ਦੇਣਾ ਚਾਹੁੰਦਾ ਕਿ ਜਦੋਂ ਮੈਂ ਪਿੰਡ ਤੋਂ ਤੁਰਿਆ, ਮੈਂ ਪਰਸ ਚੱਕਣ ਲੱਗਿਆ, ਮੈਂ ਪੂਰਾ ਪਰਸ ਨਹੀਂ ਚੱਕਿਆ ਹੈਗਾ। ਉਹਦਾ ਕਾਰਨ ਇਹ ਸੀ ਮੈਂ ਉੱਥੇ ਗਿਰ ਨਾ ਜਾਵੇ। ਮੈਂ ਪਰਸ ਤੋਂ ਸਿਰਫ ਆਧਾਰ ਕਾਰਡ ਤੇ ਆਈ ਕਾਰਡ ਪੈਸੇ ਚੱਕਿਆ, ਇਸ ਕਰਕੇ ਮੈਂ ਜੇ ਮੇਰੀ ਉੱਥੇ ਸ਼ਹਾਦਤ ਵੀ ਹੋ ਜਾਂਦੀ ਹੈ ਨਾ, ਮੈਨੂੰ ਮੇਰੇ ਪਤੇ ਤੇ ਮੇਰੇ ਘਰੇ ਭੇਜ ਦੇਣਗੇ।
ਬਸ ਉਸ ਤੋਂ ਬਾਅਦ ਮੈਂ ਜਦੋਂ ਉੱਥੋਂ ਚੱਲਿਆ ਮੈਂ ਬੱਸ 'ਚ ਬੈਠਿਆ ਤੇ ਬੱਸ 'ਚ ਬਹਿ ਕੇ ਲਿਖਿਆ ਸੀਗਾ ਕਿ ਅਸੀਂ ਦਿੱਲੀ ਦੀ ਹਿੱਕ ਤੇ ਚੜਨ ਚੱਲੇ ਆ, ਸਮਝ ਲਿਓ ਜਾਂ ਜਿੱਤਣ ਚੱਲੇ ਆ ਤੇ ਜਾਂ ਮਰਨ ਚੱਲੇ ਆ। ਉਸ ਤੋਂ ਬਾਅਦ ਘੁੰਮਦਾ ਘਮਾਉਂਦਾ ਕਿਵੇਂ ਨਾ ਕਿਵੇਂ ਮਹਾਰਾਜ ਦੀ ਕਿਰਪਾ। ਪਰ ਮੈਂ ਇੰਨਾ ਦੱਸ ਦੇਣਾ ਚਾਹੁੰਦਾ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਮੈਂ 11:30 ਵਜੇ ਕੋਈ ਮੇਰੇ ਕੋਲੇ, ਮੈਂ 1.25 ਲੱਖ ਹੀ ਆਇਆ ਸੀਗਾ, ਕੋਈ ਮੇਰੇ ਕੋਲੇ ਕੰਬਲੀ ਨਹੀਂ, ਕੋਈ ਮੇਰੇ ਕੋਲੇ ਰਜਾਈ ਨਹੀਂ। ਮੈਂ ਢਾਬੇ ਦੇ ਵਿੱਚ ਰਾਤ ਕੱਟੀ। ਢਾਬੇ 'ਚ ਜਦੋਂ ਰਾਤ ਕੱਟੀ ਮੈਂ ਸੌਂ ਗਿਆ, ਮੂਲ ਮੰਤਰ ਚੱਲਦਾ ਮੇਰੇ ਅੰਦਰ ਤੇ ਸਿੰਘ ਆਇਆ ਤੇ ਮੈਨੂੰ ਕਹਿੰਦਾ ਪੁੱਤ ਤੈਨੂੰ ਠੰਡ ਲੱਗਦੀ ਹੋਣੀ ਆ ਤੇ ਮੈਂ ਰਜਾਈ ਲੈ ਕੇ ਆਉਣਾ। ਤੇ ਉਹ ਸਿੰਘ ਰਜਾਈ ਲੈ ਕੇ ਆਇਆ, ਮੇਰੇ ਨਾਲ ਹੀ ਪੈ ਗਿਆ ਤੇ ਉਹਨੇ ਮੈਨੂੰ ਫਿਰ ਦੱਸਿਆ ਹਾਲ। ਉਸ ਤੋਂ ਬਾਅਦ ਮੈਂ ਇੱਥੇ ਪਹੁੰਚ ਜਾਣਾ। ਇੱਥੇ ਪਹੁੰਚਣ ਸਾਰ ਹੀ ਮੈਂ ਲਿਖਦਾ ਕਿ ਗੱਲ ਸੁਣ ਦਿੱਲੀਏ ਦੱਲੀਏ ਨਹੀਂ, ਇਹ ਤੇਰੇ ਝੁਕਾਇਆ ਨਹੀਂ ਝੁਕਣੇ, ਤੂੰ ਜਿੰਨੇ ਮਰਜ਼ੀ ਮਾਰ ਲਵੀਂ ਆ ਸਿੰਘ ਤੇਰੇ ਮੁਕਾਇਆ ਨਹੀਂ ਮੁੱਕਣੇ। ਉਸ ਤੋਂ ਬਾਅਦ ਬਾਬਾ ਸੰਤੋਖ ਸਿੰਘ ਜੀ, ਮੈਂ ਜਦੋਂ ਪਿੰਡੋਂ ਚੱਲਿਆ ਨਾ ਮੇਰੇ ਮਨ 'ਚ ਇਹ ਸੀ, ਉਹਨਾਂ ਦੀ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਜਿਨ੍ਹਾਂ ਦੇ ਇੱਥੇ ਬੰਬ ਲੱਗਿਆ ਸੀਗਾ ਤੇ ਮੈਂ ਕਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਵੀ ਮੈਨੂੰ ਬੁਲਾ ਦਿਓ। ਤੇ ਆਉਂਦੇ ਆਉਂਦੇ ਬਾਬਾ ਜੀ ਨੂੰ ਵੀ ਮੈਂ ਮਿਲਿਆ ਸੀਗਾ ਤੇ ਜਦੋਂ ਬਾਬਾ ਜੀ ਨੂੰ ਮਿਲਿਆ ਉਸ ਤੋਂ ਬਾਅਦ ਜਿਹੜੇ ਲਫ਼ਜ਼ ਲਿਖੇ ਕਿ ਸਿੰਘ ਸ਼ੇਰਾਂ ਵਾਂਗੂ ਦਿਹਾੜ ਦੇ ਮੈਦਾਨੇ ਜੰਗ ਵਿੱਚ ਵਿਖਾਉਂਦੇ ਯੋਹਰ ਤਲਵਾਰ ਦੇ ਮੈਦਾਨੇ ਜੰਗ ਵਿੱਚ, ਇਹ ਕੌਤਕ ਅਨੋਖੇ ਯੋਧੇ ਜ਼ਰਵਾਣਿਆਂ ਦੇ ਹੁੰਦੇ ਨੇ, ਸੂਹੇ ਲਾਲ ਰੰਗ ਸ਼ਗਨਾਂ ਦੇ ਨੀਲੇ ਬਾਣਿਆਂ ਦੇ ਹੁੰਦੇ ਨੇ। ਸੋ ਮੈਂ ਸਭ ਨੂੰ ਬਹੁਤ ਬਹੁਤ ਸਤਿਕਾਰ ਮੁਹੱਬਤ, ਇੱਕ ਜਨੂਨ ਆ, ਇੱਕ ਜੋਸ਼ ਆ। ਬਸ ਤੁਸੀਂ ਇੱਥੇ ਆਇਓ, ਆਪਣਾ ਜੋਸ਼ ਆਪਣਾ ਹੋਸ਼ ਦੋਵਾਂ ਨੂੰ ਕੰਟਰੋਲ ਕਰਕੇ ਇਹ ਮਤਲਬ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਕਿ ਅੱਜ ਤੋਂ ਬਾਅਦ ਪੰਜਾਬ ਦੇ ਨਾਲ ਨਾ ਕੋਈ ਸਟੇਟ ਤੇ ਨਾ ਕੋਈ ਦੇਸ਼ ਬਰੋਬਰ ਲੜਨ ਦੀ ਕੋਸ਼ਿਸ਼ ਨਹੀਂ ਕਰੂਗੀ ਕਦੇ ਵੀ। ਸੋ ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ। ਸੋ ਤੁਸੀਂ ਦੇਖਿਆ ਕਿ ਇੱਥੇ ਨੌਜਵਾਨਾਂ 'ਚ ਪੂਰਾ ਜੋਸ਼ ਹੈਗਾ। ਤੁਹਾਡਾ ਕੀ ਨਾਮ ਭਾਜੀ? ਮੇਰਾ ਗੁਰਿੰਦਰਪਾਲ ਸਿੰਘ ਹੈਪੀ, ਪਿੰਡ ਕੁੰਭ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਏ ਆ। ਸਾਨੂੰ 6 ਦਿਨ ਹੋ ਗਏ ਨੇ ਅੱਜ ਇੱਥੇ ਆਇਆਂ ਨੂੰ, ਔਰ ਮਹਾਰਾਜ ਦੀ ਐਡੀ ਕੁ ਕਿਰਪਾ ਰਹੀ ਆ। ਜਦੋਂ ਆਏ ਆ ਉਦੋਂ ਇੱਕ ਵੀ ਰਸਤੇ ਦੇ ਵਿੱਚ ਤੋਟ ਨਹੀਂ ਆਈ ਜਿਹੜੀ ਇਹਨਾਂ ਨੇ, ਮਤਲਬ ਅਸੀਂ ਬਾਅਦ ਚੋਂ ਗੱਡੀਆਂ ਤੇ ਆਏ ਆ, ਜਦੋਂ ਟਰੈਕਟਰ ਤੇ ਆਏ ਨੇ ਉਦੋਂ ਦਾ ਪ੍ਰੋਬਲਮ ਆਈਆਂ ਨੇ ਕਿ ਜਿਵੇਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕਰੀ ਆ। ਪਰ ਜਿਹੜਾ ਇਹ ਮੋਦੀ ਯਾਰ ਅਹਿਮਦ ਸ਼ਾਹ ਹੈ ਨਾ, ਇਹ ਬੜੇ ਤਾਨਾਸ਼ਾਹੀ ਰਾਜ ਚਲਾਉਣਾ ਚਾਹੁੰਦੇ ਨੇ, ਪਰ ਸਿੰਘ ਨਹੀਂ ਪਿੱਛੇ ਹਟਦੇ। ਜਿਹੜੀ ਆਪਣੇ ਪਿੰਡਾਂ ਦੇ ਲੋਕ ਨੇ, ਸਾਡੇ ਭਾਈਚਾਰਾ ਜ਼ਿਮੀਂਦਾਰ ਔਰ ਮਜ਼ਦੂਰ ਭਾਈਚਾਰਾ, ਉਹ ਇਕਜੁੱਟ ਹੋ ਕੇ ਇੱਥੇ ਪਹੁੰਚੇ ਨੇ ਕਿਉਂਕਿ ਕੁੰਡਲੀ ਬਾਰਡਰ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਔਰ ਹੌਸਲੇ ਬੁਲੰਦ ਨੇ। ਔਰ ਜਿਵੇਂ ਵੀ ਇਹ ਕਾਲੇ ਕਾਨੂੰਨ ਤਿੰਨੇ ਜਿੰਨੀ ਦੇਰ ਤੱਕ ਨਹੀਂ ਇਹ ਮਿਟਾਉਂਦੇ ਓਨੀ ਦੇਰ ਤੱਕ ਕਿਸਾਨ ਇੱਥੋਂ ਨਹੀਂ ਹਿਲਦੇ। ਔਰ ਹਰੇਕ ਦੇ ਮਨ ਦੇ ਵਿੱਚ ਉਤਸ਼ਾਹ ਹੈ ਔਰ ਆਪ ਮੁਹਾਰੇ ਲੋਕ ਚੱਲ ਕੇ ਆਏ ਨੇ। ਜੇ ਗੱਲ ਯੂਥ ਦੀ ਕਰੀਏ, ਯੂਥ ਬਹੁਤ ਹੀ ਵੱਧ ਚੜ ਕੇ ਆਇਆ। ਪਰ ਜਿਹੜੀਆਂ ਵੀ ਇਹ 31 ਜਥੇਬੰਦੀਆਂ ਨੇ, ਜਥੇਬੰਦੀਆਂ ਤੇ ਇੱਕੋ ਇੱਕ ਅਪੀਲ ਆ ਕਿ ਉਹ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ, ਜਿਵੇਂ ਸਟੇਜਾਂ ਤੇ ਵੀ ਕਹਿੰਦੇ ਨੇ, ਉਹ ਆਪਣੀ ਉਰੇ ਆ ਕੇ ਗੱਲ ਸਾਂਝੀ ਕਰਨ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ ਪਹਿਲਾਂ ਦਾ ਇੱਕ ਖੌਫ ਬਣਿਆ ਹੋਇਆ ਹੈ ਕਿ ਜਿਹੜੀਆਂ ਵੀ ਇਹ ਕਿਸਾਨ ਯੂਨੀਅਨਾਂ ਸੀਗੀਆਂ ਪਹਿਲਾਂ ਵਿਕੀਆਂ ਨੇ ਕੁਝ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਪਰ ਹੁਣ ਵੀ ਉਹੀ ਨਜ਼ਰ ਨਾਲ ਦੇਖਿਆ ਜਾਂਦਾ ਕਿ ਐਤਕੀ ਵੀ ਕਿਤੇ ਵਿਕ ਨਾ ਜਾਣ। ਪਰ ਮੈਂ ਯੂਥ ਨੂੰ ਇੱਕੋ ਇੱਕ ਅਪੀਲ ਕਰਦਾ ਕਿ ਭਰਾਵੋ ਤੁਸੀਂ ਆਪਣੇ ਮਨ ਦੇ ਵਿੱਚ ਇਕਾਗਰਤਾ ਰੱਖੋ। ਐਤਕੀ ਇਹੋ ਜਿਹਾ ਕੁਝ ਨਹੀਂ ਹੋਊਗਾ ਵੀ ਬੰਦਾ ਕੋਈ ਵਿਕ ਸਕੂਗਾ, ਕਿਉਂਕਿ ਲੋਕਾਂ ਨੂੰ ਪਤਾ ਕਿ ਜਿਹੜਾ ਵਿਕ ਗਿਆ ਉਹ ਪੰਜਾਬ ਦੇ ਵਿੱਚ ਵੀ ਨਹੀਂ ਜਾਊਗਾ, ਉਹਨੂੰ ਪੰਜਾਬ 'ਚ ਮਾਰ ਦੇਣਗੇ। ਸੋ ਤੁਸੀਂ ਦੇਖਿਆ ਕਿ ਕੁੰਡਲੀ ਬਾਰਡਰ ਦੇ ਉੱਤੇ ਇੱਥੇ ਜਿਹੜੇ ਲੋਕ ਪੁੱਜੇ ਨੇ, ਕਿਸਾਨ ਪੁੱਜੇ ਨੇ, ਉਹਨਾਂ ਦੇ ਵਿੱਚ ਪੂਰਾ ਜੋਸ਼ ਹੈ, ਉਤਸ਼ਾਹ ਹੈ। ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ। ਕਿਸਾਨੀ ਅੰਦੋਲਨ ਜਾਰੀ ਹੈ ਲਗਾਤਾਰ। ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀਆਂ ਬੈਠਕਾਂ ਵੀ ਹੋ ਰਹੀਆਂ ਨੇ। ਪਹਿਲਾਂ ਤਾਂ ਕੇਂਦਰੀ ਮੰਤਰੀ ਸਮਾਂ ਨਹੀਂ ਦਿੰਦੇ ਸੀ ਕਿਸਾਨਾਂ ਨੂੰ, ਤੇ ਹੁਣ ਤਰਲੇ ਵੀ ਕੱਢਣ ਤੇ ਆ ਗਏ ਨੇ ਕਿ ਅਸੀਂ ਛੇਤੀ ਤੋਂ ਛੇਤੀ ਤੁਹਾਡੇ ਨਾਲ ਬੈਠਕਾਂ ਕਰਨਾ ਚਾਹੁੰਦੇ ਹਾਂ। ਸੋ ਇਹ ਵੀ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਕੇਂਦਰ ਸਰਕਾਰ ਇਸ ਮਸਲੇ ਦਾ ਕਿੰਨੀ ਛੇਤੀ ਹੱਲ ਕੱਢਦੀ ਹੈ, ਕਿਉਂਕਿ ਕਿਸਾਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਇੱਥੇ ਆਏ ਹੋਏ ਹਾਂ, ਅਸੀਂ ਤਾਂ ਇੱਥੇ ਬੈਠੇ ਹਾਂ, ਮਸਲਾ ਤੁਸੀਂ ਹੱਲ ਕਰਨਾ ਹੈ, ਤੁਸੀਂ ਸੋਚੋ ਕਿੰਨੀ ਛੇਤੀ ਕਰਨਾ ਹੈ। ਹੋਰ ਵੀ ਜਿਹੜੇ ਇੱਥੇ ਲੋਕ ਨੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ, ਆਓ ਚੱਲਦੇ ਹਾਂ। ਸੋ ਪੰਜਾਬ ਦੀ ਧੀ ਕਨੂਪ੍ਰਿਆ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਦੇ ਲਈ ਦਿੱਲੀ ਪੁੱਜੀ ਹੋਈ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ। ਕਨੂੰ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਤੁਹਾਡੇ ਸਾਥੀ ਹੋਰ ਕਿੱਥੇ ਹੈਗੇ ਨੇ?
ਜੀ ਹਾਂ, ਇੱਥੇ ਧਰਨੇ ਤੇ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਜਾਂ ਜਥੇਬੰਦੀਆਂ ਐਸਐਫਐਸ ਤੇ ਡੀਐਸਓ ਤੋਂ ਵਿਦਿਆਰਥੀ ਪਹੁੰਚੇ ਹੋਏ ਨੇ। ਹੋਰ ਵੀ ਵਿਦਿਆਰਥੀ ਅੱਜ ਜੁੜੇ ਨੇ, ਮਤਲਬ ਮੇਰੀ ਕਲਾਸ ਵਿੱਚੋਂ ਹੀ ਅੱਜ ਕੁਝ ਵਿਦਿਆਰਥੀ ਆ ਕੇ ਧਰਨੇ ਤੇ ਆਪਣੀ ਹਾਜ਼ਰੀ ਲਗਾ ਰਹੇ ਨੇ ਤੇ ਇਦਾਂ ਹੀ ਵਿਦਿਆਰਥੀਆਂ ਦੀ ਗਿਣਤੀ ਹੋਰ ਵੀ ਵੱਧ ਰਹੀ ਆ, ਦੇਖਦੇ ਆ ਇੱਕ ਦੂਜੇ ਤੋਂ ਹੌਸਲਾ ਲੈ ਰਹੀ ਆ ਤੇ ਉਹਨਾਂ ਦੀ ਸ਼ਮੂਲੀਅਤ ਵੀ ਧਰਨੇ ਵਿੱਚ ਇਸੇ ਤਰੀਕੇ ਨਾਲ ਆ ਵੀ ਨਾਲ ਵਲੰਟੀਅਰ ਕੰਮ ਕਰਾਉਣਾ ਜਾਂ ਫਿਰ ਗੀਤ ਗਾਉਣੇ, ਜਿਵੇਂ ਸਾਡੇ ਸਾਥੀ ਜਿਹੜੇ ਹੈਗੇ ਨੇ ਕੁਝ ਆਪਣਾ ਕਲਾਕਾਰੀ ਨਾਲ ਪਰਫਾਰਮੈਂਸਸ ਦੇ ਰਹੇ ਨੇ, ਤਾਂ ਇਸ ਤਰੀਕੇ ਨਾਲ ਉਹ ਇੱਥੇ ਆਪਣੀ ਸ਼ਮੂਲੀਅਤ ਦਿਖਾ ਰਹੇ ਨੇ। ਤੁਸੀਂ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੀ ਵੀ ਗੱਲ ਕੀਤੀ, ਭਾਰਤ ਦੇ ਵਿੱਚ ਹੋਰ ਵੀ ਯੂਨੀਵਰਸਿਟੀਆਂ ਨੇ, ਉੱਥੋਂ ਵੀ ਤੁਹਾਡੇ ਹਾਣ ਦੇ ਸਾਥੀ ਆ ਰਹੇ ਨੇ ਇੱਥੇ? ਬਿਲਕੁਲ, ਜਿਵੇਂ ਅੱਜ ਹੀ ਸ਼ਹੀਨ ਬਾਗ ਦੇ ਉੱਥੋਂ ਦਾਦੀਆਂ ਆ ਰਹੀਆਂ ਸੀਗੀਆਂ, ਮਤਲਬ ਯੂਨੀਵਰਸਿਟੀ ਤੋਂ ਹੀ ਬੱਚੇ ਉਹਨਾਂ ਦੇ ਨਾਲ ਆ ਰਹੇ ਸੀਗੇ, ਤਾਂ ਉਹਨਾਂ ਨੂੰ ਉੱਥੇ ਹੀ ਡਿਟੇਨ ਕਰ ਲਿੱਤਾ ਗਿਆ ਦਿੱਲੀ ਪੁਲਿਸ ਨੇ, ਉੱਧਰੋਂ ਹੀ ਡਿਟੇਨ ਕਰਕੇ ਉਹਨਾਂ ਨੂੰ ਰੱਖ ਲਿਆ, ਤਾਂ ਉਹ ਇੱਥੇ ਆ ਨਹੀਂ ਪਾਏ ਕਿਉਂਕਿ ਮੇਰੇ ਨਾਲ ਇਸ ਤੋਂ ਥੋੜ੍ਹਾ ਟਾਈਮ ਪਹਿਲਾਂ ਤੱਕ ਤਾਂ ਉਹਨਾਂ ਦੀ ਗੱਲਬਾਤ ਹੋ ਰਹੀ ਸੀ, ਰਿਸੀਵ ਕਰਨ ਉੱਥੇ ਖੜੇ ਵੀ ਸੀ, ਪਰ ਪਤਾ ਚੱਲਦਾ ਹੈ ਕਿ ਉੱਧਰੋਂ ਪੁਲਿਸ ਉਹਨਾਂ ਨੂੰ ਡਿਟੇਨ ਕਰਕੇ ਲੈ ਜਾਂਦੀ ਆ। ਤਾਂ ਇਹ ਇੱਕ ਤਰੀਕੇ ਨਾਲ ਪ੍ਰੋਟੈਸਟ ਕਰਨ ਤੋਂ ਵੀ ਜਿਹੜਾ ਤੁਹਾਨੂੰ ਰੋਕਿਆ ਜਾਣਾ ਹੈਗਾ ਆ, ਉਹ ਚੀਜ਼ ਵੀ ਸ਼ੁਰੂ ਹੋਈ ਪਈ ਹੈ, ਉੱਧਰੋਂ ਡਰਾਉਣਾ ਧਮਕਾਉਣਾ ਪੁਲਿਸ ਦਾ ਵੀ ਉੱਧਰੋਂ ਸ਼ੁਰੂ ਹੋਇਆ ਪਿਆ ਹੈ। ਤਾਂ ਉਹਦੇ ਇਲਾਵਾ ਵਿਦਿਆਰਥੀ ਜਿਹੜੇ ਹੈਗੇ ਨੇ JNU ਤੋਂ ਜਾਂ ਆਸੇ-ਪਾਸੇ IIMC ਜਾਂ ਜਾਮੀਆ ਤੋਂ ਇੱਥੇ ਆ ਰਹੇ ਨੇ, ਧਰਨੇ ਨੂੰ ਦੇਖ ਰਹੇ ਨੇ, ਆਬਜ਼ਰਵ ਕਰ ਰਹੇ ਨੇ, ਡਾਕੂਮੈਂਟ ਕਰ ਰਹੇ ਨੇ, ਤਾਂ ਇੱਕ ਵਿਦਿਆਰਥੀਆਂ ਦਾ ਚੰਗਾ ਨੰਬਰ ਹੈ ਜਿਹੜਾ ਮਤਲਬ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਲਗਾਤਾਰ। ਅੱਜ ਹਰਿਆਣਾ ਦੇ ਇੱਕ ਆਜ਼ਾਦ MLA ਨੇ ਅਸਤੀਫਾ ਦੇ ਦਿੱਤਾ, ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਖੜਾ। ਸੋ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਮੀਕਰਨ ਕੀ ਬਣਦੇ ਜਾਣਗੇ, ਭਾਜਪਾ ਦਾ ਕੀ ਹਾਲ ਹੋਣ ਵਾਲਾ ਹੈ? ਮੈਂ ਸਿਆਸੀ ਸਮੀਕਰਨਾਂ ਨੂੰ ਸਮਝਣ ਲਈ ਤਾਂ ਮੈਂ ਇੱਕ ਚੀਜ਼ ਜ਼ਰੂਰੀ ਕਹੂੰਗੀ ਕਿ ਜਿਵੇਂ ਸਟੇਜ ਤੋਂ ਵੀ ਹੁਣ ਇਹੀ ਕਿਹਾ ਜਾਂਦਾ ਹੈ ਕਈ ਵਾਰਾਂ ਕਿ ਕਿਸਾਨ ਯੂਨੀਅਨਾਂ ਹੀ ਆਪਣੀ ਇੱਕ ਪਾਰਟੀ ਦੇ ਦੇਣ ਜਾਂ ਆਪਣੇ ਨੁਮਾਇੰਦੇ ਦੇ ਦੇਣ, ਜਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਇਹੀ ਲੋਕ ਆਪਣੀ ਵੋਟ ਕਿਸੇ ਨਾ ਪਾਸੇ ਹੋਰ ਪਾਸੇ ਕਰ ਦੇਣ। ਗੱਲ ਤਾਂ ਇਹ ਆ ਵੀ ਹੁਣ ਵੋਟ ਕਰਕੇ ਜਿਹੜੇ ਤੁਸੀਂ ਨੁਮਾਇੰਦੇ ਪਹੁੰਚਾਏ ਵੀ ਨੇ, ਜਦੋਂ ਉਹਨਾਂ ਦਾ ਡਾਇਸੈਂਟ ਵੀ ਉਸ ਤਰੀਕੇ ਨਾਲ ਨੋਟ ਨਹੀਂ ਹੁੰਦਾ, ਉਹਨਾਂ ਦੀ ਰਾਏ ਵੀ ਜਿਹੜੀ ਹੈਗੀ ਆ ਉਸ ਤਰੀਕੇ ਨਾਲ ਲਈ ਨਹੀਂ ਜਾਂਦੀ, ਵੱਧ ਤੋਂ ਵੱਧ ਕੀ ਹੁੰਦਾ ਇਸਤੀਫਾ ਦੇ ਦਿੰਦੇ ਨੇ, ਸਾਰੇ ਵੀ ਇਸਤੀਫਾ ਦੇ ਦੇਣਗੇ, ਫਿਰ ਵੀ ਕੀ ਹੋਊਗਾ, ਹੈ ਨਾ। ਤਾਂ ਅੱਜ ਦੇ ਸਮੇਂ ਤਾਂ ਜਿਹੜਾ ਉਹ ਸਿੱਖ ਸੰਘੀ ਲਾਣਾ ਆ BJP RSS ਦਾ, ਉਹ ਸਮਝਣ ਦੀ ਲੋੜ ਆ, ਅਮਿਤ ਸ਼ਾਹ ਮੋਦੀ ਨੂੰ ਸਮਝਣ ਦੀ ਲੋੜ ਆ, ਨਾ ਕਿ ਆਪਣੇ ਸੂਬੇ ਦੇ ਵਿੱਚ ਪਾਰਟੀਆਂ ਬਣਾਉਣ ਨੂੰ ਜਿਹੜਾ ਇੱਕ ਸਟੇਜ ਤਿਆਰ ਕਰਨਾ ਹੈ, ਉਹ ਇਹਨਾਂ ਧਰਨਿਆਂ 'ਚ ਨਜ਼ਰ ਦੇਖਣ ਦੀ ਲੋੜ ਨਹੀਂ ਹੈਗੀ। ਮਤਲਬ ਉਹ ਨਿਗਾਹ ਨਾਲ, ਉਹ ਪਰਸਪੈਕਟਿਵ ਨਾਲ ਇਹਨਾਂ ਧਰਨਿਆਂ ਨੂੰ ਨਹੀਂ ਦੇਖਣਾ ਚਾਹੀਦਾ। ਮਤਲਬ ਇਹ ਧਰਨੇ ਲੋਕਾਂ ਦੇ ਧਰਨੇ ਨੇ, ਤੇ ਲੋਕਾਂ ਦੇ ਧਰਨੇ ਹੁਣ ਇੰਨੇ ਵੇਸਟ ਤਾਂ ਨਹੀਂ ਹੋਣਗੇ ਕਿ ਬਾਈ ਦੀਆਂ ਵੋਟਾਂ ਵਿੱਚ ਹੀ ਕਨਵਰਟ ਹੋਣੇ ਨੇ ਸਿਰਫ, ਹੈ ਨਾ। ਇਹਨਾਂ ਦੇ ਹੋਰ ਵਾਈਡਰ ਪਰਸਪੈਕਟਿਵ ਹੈਗੇ ਨੇ। ਇਹ ਸੜਕਾਂ ਘੇਰੀ ਬੈਠੇ ਨੇ, ਅੱਜ ਸੜਕਾਂ ਵੀ ਕੀ ਹਾਈਵੇ, ਪਹਿਲਾਂ ਤਾਂ ਹੁੰਦਾ ਸੀ ਨਾ ਆਪਾਂ ਸੜਕਾਂ ਤੇ ਪ੍ਰੋਟੈਸਟ ਕਰਦੇ ਸੀ, ਹੁਣ ਹਾਈਵੇ ਤੇ ਪ੍ਰੋਟੈਸਟ ਲੱਗਣ ਨੂੰ ਤਿਆਰ ਹੋ ਗਏ ਨੇ, ਔਰ ਹਾਈਵੇ ਤੇ ਪ੍ਰੋਟੈਸਟ ਲੱਗਣਾ ਕੋਈ ਸੌਖੀ ਚੀਜ਼ ਨਹੀਂ ਹੈਗੀ। ਇੱਥੋਂ 8 ਕਿਲੋਮੀਟਰ ਦੂਰ ਤੱਕ ਤੁਹਾਨੂੰ ਟਰਾਲੀ ਤੇ ਟਰਾਲੀ ਚੜੀ ਦਿਖੇਗੀ, ਜਿਹੜੇ ਕਿ ਇੰਨੀ ਦੂਰੋਂ ਪੰਜਾਬ ਤੋਂ, ਹਰਿਆਣਾ ਤੋਂ, ਹੁਣ ਤਾਂ ਰਾਜਸਥਾਨ ਤੋਂ, UP ਤੋਂ ਵੀ ਪਹੁੰਚ ਰਹੇ ਨੇ ਕਿਸਾਨ, ਹੈ ਨਾ। ਮੱਧ ਪ੍ਰਦੇਸ਼ ਤੋਂ ਵੀ ਨੁਮਾਇੰਦੇ, ਕੇਰਲਾ ਤੋਂ ਵੀ ਨੁਮਾਇੰਦੇ ਪਹੁੰਚ ਰਹੇ ਨੇ। ਤਾਂ ਇੰਨੇ ਨੁਮਾਇੰਦਿਆਂ ਦੀ ਮਿਹਨਤ ਇੰਨੇ ਕੁ ਪਰਪਸਲੀ ਨਹੀਂ ਨਾ ਸਰਵ ਹੋ ਸਕਦੀ ਕਿ ਬਸ ਕਿਸੇ ਨੂੰ ਸੀਟ ਮਿਲ ਜਾਵੇ ਅਗਲੀ ਵਾਰਾਂ ਜਾਂ ਕਿਸੇ ਦੀ ਪਾਰਟੀ ਬਣ ਜਾਵੇ, ਕਿਉਂਕਿ ਜਿਹੜੀ ਵੀ ਪਾਰਟੀ ਆਉਂਦੀ ਹੈ ਉਹਦਾ ਮੇਨ ਕੰਮ ਸਿਰਫ ਕਾਰਪੋਰੇਟ ਨੂੰ ਭੁਗਤਾਉਣ ਦਾ ਹੀ ਰਿਹਾ ਆ, ਹੈ ਨਾ। ਉਹ ਜਿੱਤ ਵੀ ਨਹੀਂ ਉਹਨਾਂ ਤੋਂ ਬਿਨਾਂ ਸਕਦੀ, ਉਹਨਾਂ ਦੀ ਕੈਂਪੇਨਿੰਗ ਲਈ ਜਿਹੜਾ ਪੈਸਾ ਆਉਣਾ ਹੈ, ਹੋਰਡਿੰਗ ਲੱਗਣੀਆਂ ਨੇ, ਉਹ ਵੀ ਸਾਰੇ ਕਾਰਪੋਰੇਟ ਫੰਡ ਕਰਦੇ ਨੇ। ਤਾਂ ਮੈਨੂੰ ਲੱਗਦਾ ਜਿਹੜਾ ਸਿਆਸੀ ਸਮੀਕਰਨ ਹੈਗਾ ਆ ਉਸ ਨੂੰ ਆਪਾਂ ਲੋਕ ਡਿਸਾਈਡ ਕਰੀਏ, ਨਾ ਕਿ ਆਹੀ ਜਿਹੜਾ ਇੱਕ ਸੈੱਟ ਪੈਟਰਨ ਹੈਗਾ ਉਹ ਚ ਲੈ ਕੇ ਚੱਲੀਏ। ਜੇ ਉਹਦੇ ਚ ਗਿਆ ਤਾਂ ਫਿਰ ਮੁੜ ਕੇ ਸਾਨੂੰ ਇਹੋ ਜਿਹੇ ਧਰਨੇ ਫੇਰ ਲਾਉਣੇ ਪੈਣਗੇ, ਤੇ ਅਸੀਂ ਵੀ ਜਾਣਦੇ ਆ ਕਿ ਕਿੰਨੇ ਸਾਲਾਂ ਬਾਅਦ ਅਸੀਂ ਹੰਬੜਾ ਮਾਰ ਕੇ ਇੰਨੇ ਲੋਕੀ ਇਕੱਠੇ ਹੋ ਪਾਉਂਦੇ ਆ, ਆਪਣੀ ਸਾਂਝ ਬਣਾ ਪਾਉਂਦੇ ਆ। ਸੋ ਕੋਨੂੰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਇੱਥੇ ਦਿੱਲੀ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾਂ ਦੇ ਨਾਲ ਸਾਡੀਆਂ ਮਾਤਾਵਾਂ ਵੀ ਆਈਆਂ, ਭੈਣਾਂ ਵੀ ਆਈਆਂ ਨੇ। ਕੰਗਨਾ ਰਣੌਤ ਦਾ ਇੱਕ ਟਵੀਟ ਆਉਂਦਾ ਹੈ, ਉਹਦੇ ਵਿੱਚ ਉਹ ਜਿਹੜੀਆਂ ਸਾਡੀਆਂ ਇੱਥੇ ਮਾਵਾਂ ਆਈਆਂ ਨੇ ਉਹਨਾਂ ਲਈ ਭੱਦੀ ਸ਼ਬਦਾਵਲੀ ਵਰਤਦੇ ਨੇ। ਉਹਨਾਂ ਦਾ ਟਵੀਟ ਤੇ ਲਿਖਿਆ ਹੁੰਦਾ ਹੈ ਕਿ ਇਹ ਜੇ ਬੀਬੀਆਂ 100 ਰੁਪਏ ਦੇ ਵਿੱਚ ਆ ਜਾਂਦੀਆਂ ਨੇ। ਕੰਗਨਾ ਰਣੌਤ ਬਾਲੀਵੁੱਡ ਦੀ ਇੱਕ ਹਸਤੀ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਨਜ਼ਰੀਏ ਨਾਲ ਦੇਖਦੇ ਹੋ ਉਹਨਾਂ ਦੇ ਟਵੀਟ ਨੂੰ? ਦੇਖੋ, ਇਹ ਤਾਂ ਕੋਈ ਭੁਲੇਖਾ ਨਹੀਂ ਕਿ ਬਾਲੀਵੁੱਡ ਦਾ ਹੋਵੇ ਜਾਂ ਇੱਦਾਂ ਦਾ ਕੋਈ ਵੀ ਫੇਮਸ ਪਰਸਨੈਲਿਟੀ ਹੋਵੇ, ਉਹ ਸਿਸਟਮ ਦੀ ਬੋਲੀ ਬੋਲਦਾ ਹੁੰਦਾ ਹੈ ਤਾਂ ਕਿ MP ਜਾਂ MLA ਲੜ ਸਕੇ, ਹੈ ਨਾ, ਸੀਟ ਗੱਦੀ ਲੈ ਸਕੇ, ਹੈ ਨਾ, CM ਬਣ ਸਕੇ। ਪਰ ਇਹ ਰਸਤੇ ਬੜਿਆਂ ਨੇ ਅਪਣਾਏ ਨੇ ਜੀ। ਇਹ ਸੀ ਵੀ ਜਯਾ ਬੱਚਨ ਤੋਂ ਲੈ ਕੇ ਸਮ੍ਰਿਤੀ ਇਰਾਨੀ, ਇਹਨਾਂ ਸਭ ਦਾ ਆਹੀ ਰਿਹਾ ਆ, ਹੈ ਨਾ। ਹੇਮਾ ਮਾਲਿਨੀ ਤੱਕ ਦਾ ਇਹੀ ਇੱਕ ਜ਼ਰੀਆ ਰਿਹਾ ਆ, ਤੇ ਹੁਣ ਕੰਗਨਾ ਰਣੌਤ ਉਹੀ ਸੰਗੀ ਝੰਡੇ ਨੂੰ ਅੱਗੇ ਮੂਰੇ ਲੈ ਕੇ ਲਹਿਰਾ ਰਹੀ ਆ। ਤੇ ਜਦੋਂ ਹਮਲਾ ਕਰ ਰਹੀ ਹੈ ਇਸ ਵਾਰ ਫੇਰ ਸਾਡੀਆਂ ਔਰਤਾਂ ਤੇ, ਕਿਉਂਕਿ ਸ਼ਹੀਨ ਬਾਗ ਵਾਰੀ ਵੀ ਇਹੀ ਕਹਿਣਾ ਸੀ ਇਹਨਾਂ ਦਾ ਕਿ 500 ਰੁਪਏ ਲੈ ਕੇ ਬੈਠੀਆਂ ਨੇ ਧਰਨੇ ਤੇ ਹੁਣ ਇਹ ਕਹਿ ਰਹੇ ਨੇ 100 ਰੁਪਏ ਲੈ ਕੇ ਬੈਠੀਆਂ ਨੇ। ਤਾਂ ਦੇਖੋ ਜੀ, ਵਿਕਾਊ ਜਿਹੜੇ ਲੋਕ ਨੇ ਉਹ ਤੁਸੀਂ ਹੋ, ਤੁਸੀਂ ਵਿਕਣਾ ਹੈ ਕੱਲ ਨੂੰ, ਕਿਹੜੀ ਪਾਰਟੀ ਵੱਲ ਤੇ ਕਿਹੜੀ ਸੀਟ ਵੱਲ, ਹੈ ਨਾ। ਇਹ ਲੋਕ ਵਿਕਣ ਨਹੀਂ ਆਏ, ਇਹ ਉਹ ਔਰਤਾਂ ਨੇ ਜਿਨ੍ਹਾਂ ਨੇ ਆਪਣੇ ਪੁੱਤ, ਆਪਣੇ ਪਤੀ ਗਵਾਏ ਨੇ। ਤੇ ਇਹਨਾਂ ਦੀਆਂ ਜਿਹੜੀਆਂ ਮਤਲਬ ਇਹਨਾਂ ਦਾ ਜਿਹੜਾ ਮੁੱਲ ਵਾ ਨਾ, ਜਿਹੜਾ ਤੁਸੀਂ ਜਿਹਨੂੰ ਮੁੱਲ 'ਚ ਮਾਪਦੇ ਹੋ, ਉਹ ਤੁਸੀਂ ਗਿਣ ਵੀ ਨਹੀਂ ਸਕਦੇ। ਤੇ ਇਹੋ ਜਿਹੀ ਸ਼ਬਦਾਵਲੀ ਵਰਤਣ ਦੀ ਅਸੀਂ ਨਖੇਦੀ ਵੀ ਕਰਦੇ ਹਾਂ। ਕੱਲ ਇੱਥੇ ਔਰਤਾਂ ਨੇ ਪੁਤਲਾ ਵੀ ਫੂਕਿਆ ਹੈ ਕੰਗਨਾ ਰਣੌਤ ਦਾ, ਤੇ ਇਹੋ ਜਿਹੇ ਲੋਕਾਂ ਨੂੰ ਬਖਸ਼ਿਆ ਵੀ ਨਹੀਂ ਜਾਏਗਾ। ਜਦੋਂ ਅਸੀਂ ਕਹਿੰਦੇ ਹਾਂ ਸਾਡਾ ਹਮਲਾ ਕਿਹਦੇ
ਉੱਤੇ ਆ ਕੇ ਬੋਲੇਗਾ ਤਾਂ ਇਹਨਾਂ ਸੰਗੀਆਂ ਦੇ ਉੱਤੇ ਹੀ ਬੋਲੇਗਾ, ਜਿਹੜੇ ਸਿਸਟਮ ਦੀ ਬੋਲੀ ਬੋਲਦੇ ਨੇ, ਜਿਹੜੇ ਇੱਕ ਕਾਰਪੋਰੇਟ ਦੀ ਬੋਲੀ ਬੋਲਦੇ ਨੇ, ਜਿਹੜੀ ਇੱਕ ਇਹੋ ਜਿਹੀ ਗੰਦੀ ਮਾਨਸਿਕਤਾ ਦੀ ਬੋਲੀ ਬੋਲਦੇ ਨੇ ਜਿਸ 'ਚ ਔਰਤਾਂ ਐਗਜ਼ਿਸਟ ਹੀ ਕਰਦੀਆਂ ਤੇ ਦੂਜੇ ਦਰਜੇ ਦੀ ਸਿਟੀਜ਼ਨ ਨੇ। ਤੇ ਕੰਗਨਾ ਰਣੌਤ ਔਰਤ ਹੋ ਕੇ ਵੀ ਔਰਤਾਂ ਨਾਲ ਨਹੀਂ ਜਦੋਂ ਖੜਦੀ ਤਾਂ ਫਿਰ ਉਹ ਔਰਤਾਂ ਦੀ ਨੁਮਾਇੰਦਗੀ ਨਹੀਂ ਕਰ ਰਹੀ, ਉਹ ਸੰਗੀਆਂ ਦੀ ਸਿਸਟਮ ਦੀ ਨੁਮਾਇੰਦਗੀ ਕਰ ਰਹੀ ਆ ਤੇ ਇਸ ਨੂੰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਸੋ ਕੇਂਦਰ ਸਰਕਾਰ ਪਹਿਲਾਂ ਟਾਈਮ ਨਹੀਂ ਦੇ ਰਹੀ ਸੀ ਕਿਸਾਨਾਂ ਨੂੰ ਗੱਲਬਾਤ ਲਈ, ਲੇਕਿਨ ਹੁਣ ਤਰਲੇ ਕੱਢਣ ਤੇ ਆ ਗਈ ਹੈ ਕਿ ਅਸੀਂ ਛੇਤੀ ਤੋਂ ਛੇਤੀ ਗੱਲ ਕਰਨਾ ਚਾਹੁੰਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਵੀ ਬੈਠਕ ਜਾਰੀ ਹੈ, ਆਉਣ ਵਾਲੇ ਸਮੇਂ ਫਿਰ 3 ਤਰੀਕ ਨੂੰ ਸਮਾਂ ਦਿੱਤਾ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੱਲੋਂ, ਕੀ ਲੱਗ ਰਿਹਾ ਕਿ ਤੁਹਾਨੂੰ ਮਸਲੇ ਦਾ ਹੱਲ ਛੇਤੀ ਨਿਕਲੇਗਾ? ਦੇਖੋ ਟੇਬਲ ਟਾਕ ਤੇ ਅਗਰ ਕੋਈ ਸੋਲਵ ਹੋਣਾ ਹੁੰਦਾ ਤਾਂ ਸਾਡੇ ਕਿਸਾਨ ਪੰਜਾਬ ਤੋਂ ਵੀ ਕਈ ਵਾਰਾਂ 2 ਵਾਰਾਂ ਤਾਂ ਮੈਨੂੰ ਲੱਗਦਾ ਗਿਣਤੀ 'ਚ ਆਏ ਹੀ ਨੇ, ਦਿੱਲੀ ਗੱਲਬਾਤ ਕਰਨ ਆਏ ਨੇ, ਪਵਰ ਕੇ ਪਾੜ ਕੇ ਗਏ ਨੇ ਬਿਲਾਂ ਦੇ, ਹੈ ਨਾ। ਤੇ ਹੁਣ ਵੀ ਜਦੋਂ ਉਹਨਾਂ ਦਾ ਸੱਦਾ ਆਉਂਦਾ ਆ ਤਾਂ ਦੇਖੋ ਤਾਂ ਡਰ ਕੇ ਹੀ ਆਉਂਦਾ ਆ। ਇੰਨੀ ਗਿਣਤੀ ਹਿੰਦੁਸਤਾਨ 'ਚ ਮੈਨੂੰ ਨਹੀਂ ਲੱਗਦਾ ਕਿਤੇ ਇਕੱਠੀ ਹੋਊਗੀ ਆ ਪਿਛਲੇ ਇੱਕ ਡੈਕੇਡ ਵਿੱਚ ਜਿੰਨੀ ਅੱਜ ਹਾਈਵੇ ਦੇ ਉੱਤੇ ਖੜੀ ਹੋਈ ਆ, ਹੈ ਨਾ। ਤਾਂ ਇਸ ਤੋਂ ਡਰਦਿਆਂ ਹੀ ਉਹ ਮੀਟਿੰਗਸ ਹੋ ਰਹੀਆਂ ਨੇ। ਨਤੀਜੇ ਕੀ ਨਿਕਲਣਗੇ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦੀ। ਮੈਨੂੰ ਤਾਂ ਧਰਨੇ ਦੇ ਨਤੀਜੇ ਮੈਂ ਜ਼ਰੂਰ ਦੇਖਦੀ ਹਾਂ, ਮੀਟਿੰਗਾਂ ਦੇ ਨਤੀਜੇ ਤਾਂ ਮੈਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਹੋਣਗੇ। ਮੇਰੇ ਮੁਤਾਬਿਕ ਤਾਂ ਇੱਕ ਨੈਗੋਸੀਏਸ਼ਨਸ, ਇੱਕ ਉਹੀ ਗੁੰਮਰਾਹ ਕਰਨ ਵਾਲੇ ਪਾਸੇ ਹੀ ਰਹੇ ਨੇ ਤੇ ਉੱਦਾਂ ਹੀ ਰਹਿਣਗੇ। ਪਰ ਮੈਨੂੰ ਧਰਨਿਆਂ ਤੋਂ ਬਹੁਤ ਉਮੀਦ ਆ, ਲੋਕਾਂ ਤੋਂ ਬਹੁਤ ਉਮੀਦ ਆ ਵੀ ਜਿਹੜੇ ਲੋਕ ਧਰਨੇ ਨੂੰ ਸ਼ੰਭੂ ਤੱਕ ਰੋਕਿਆ ਨਹੀਂ, ਅੱਗੇ ਲੈ ਆਏ ਦਿੱਲੀ ਤੱਕ, ਇਹ ਦਿੱਲੀ ਤੋਂ ਵੀ ਅੱਗੇ ਬਹੁਤ ਦੂਰ ਤੱਕ ਲੈ ਕੇ ਜਾ ਸਕਦੇ ਨੇ ਤੇ ਇਹਨਾਂ 'ਚ ਬਹੁਤ ਮਨੋਬਲ। ਦਿੱਲੀ ਤੋਂ ਅੱਗੇ ਬਹੁਤ ਦੂਰ ਦਾ ਮਤਲਬ ਤੁਹਾਡਾ ਕੀ ਜਾਂਦਾ ਹੈ? ਮੇਰਾ ਮਤਲਬ ਇਹ ਹੈ ਵੀ ਦਿੱਲੀ ਤੋਂ ਦੂਰ ਦਾ ਇਹ ਮਤਲਬ ਹੈ ਵੀ ਇੱਕ ਅਸੀਂ ਦਿੱਲੀ ਨੂੰ ਕੀ ਸਮਝਦੇ ਹਾਂ, ਆਪਣਾ ਸੈਂਟਰ ਸਮਝਦੇ ਹਾਂ, ਹੈ ਨਾ। ਇਸ ਸੈਂਟਰ ਨੇ ਸਾਡੇ ਮਤਲਬ ਵੱਖ-ਵੱਖ ਸੂਬਿਆਂ ਦੇ ਅਧਿਕਾਰ ਵੀ ਖੁੱਸੇ ਨੇ, ਹੈ ਨਾ। ਇਹਨੇ ਆਪਣੀਆਂ ਪਾਲਿਸੀਆਂ ਵੀ ਇੱਥੋਂ ਹੀ ਡਿਸਾਈਡ ਕਰਨੀਆਂ ਦੇਖੀਆਂ ਨੇ, ਹੈ ਨਾ। ਹੁਣ ਜਦੋਂ ਅਸੀਂ ਰਸਤਾ ਨਾਪਦੇ ਹਾਂ ਤਾਂ ਬਹੁਤ ਲੋਕ ਇੱਦਾਂ ਦੇਖਦੇ ਅਸੀਂ ਦਿੱਲੀ ਹਥਿਆਉਣੀ ਆ ਤਾਂ ਮਤਲਬ ਪਾਰਲੀਮੈਂਟ 'ਚ ਆਉਣਾ ਆ, ਹੈ ਨਾ। ਤਾਂ ਅਸੀਂ ਪਾਰਲੀਮੈਂਟ ਸਟਰਕਚਰ ਜੇ ਆਉਣਾ ਹੀ ਹੁੰਦਾ ਤਾਂ ਫਿਰ ਅਸੀਂ ਉਹਨਾਂ ਇਲੈਕਸ਼ਨ ਕੈਂਪੇਨਾਂ ਦੀ ਤਿਆਰੀ ਕਰਦੇ, ਅਸੀਂ ਕਿਉਂ ਇੰਨੇ ਖੱਜਲ ਹੋ ਕੇ ਇੱਥੋਂ ਤੱਕ ਪਹੁੰਚਦੇ, ਹੈ ਨਾ। ਤਾਂ ਉਹ ਇਸ ਲਈ ਮੈਂ ਕਿਹਾ ਕਿ ਦਿੱਲੀ ਤੋਂ ਵੀ ਮਤਲਬ ਦਿੱਲੀ ਦਾ ਪਾਰਲੀਮੈਂਟ ਦਾ ਵੀ ਜਿਹੜਾ ਸਟਰਕਚਰ ਹੈਗਾ ਅਸੀਂ ਉਸ ਤੋਂ ਵੀ ਅਲੱਗ ਦੇਖਦੇ ਹਾਂ। ਅਸੀਂ ਆਪਣੀ ਡੈਮੋਕ੍ਰੇਸੀ ਨੂੰ ਸੜਕਾਂ ਤੇ ਦੇਖਦੇ ਹਾਂ, ਲੋਕਾਂ 'ਚ ਦੇਖਦੇ ਹਾਂ। ਤੁਸੀਂ ਵਿਦਿਆਰਥੀ ਹੋ, ਬਹੁਤ ਸਾਰੇ ਜਿਹੜੇ ਵਿਦਿਆਰਥੀ ਤੁਹਾਨੂੰ ਸੁਣ ਰਹੇ ਹੋਣਗੇ ਵੱਖ-ਵੱਖ ਯੂਨੀਵਰਸਿਟੀਆਂ ਕਾਲਜਾਂ ਤੋਂ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ? ਹਾਂਜੀ, ਜਿਹੜੇ ਮੇਰੇ ਵਿਦਿਆਰਥੀ ਸਾਥੀ ਨੇ ਉਹਨਾਂ ਨੂੰ ਸਭ ਤੋਂ ਪਹਿਲਾ ਮੈਸੇਜ ਤਾਂ ਇਹੀ ਦੇਣਾ ਚਾਹੂੰਗੀ ਕਿ ਅੱਜ ਤੁਹਾਡੇ ਬਜ਼ੁਰਗ ਬਾਪੂ ਤੇ ਮਾਤਾਵਾਂ, ਹੈ ਨਾ, ਤੇ ਤੁਹਾਡੇ ਵੀਰ ਕਿੱਦਾਂ ਇਹਨਾਂ ਧਰਨਿਆਂ ਤੇ ਪਹੁੰਚੇ ਨੇ, ਹੈ ਨਾ। ਤੇ ਅੱਜ ਲੋੜ ਹੈ ਵੀ ਤੁਸੀਂ ਵੀ ਇਹਨਾਂ ਧਰਨਿਆਂ ਤੇ ਪਹਿਲੀ ਚੀਜ਼ ਤਾਂ ਪਹੁੰਚੋ। ਦੂਜੀ ਚੀਜ਼, ਜਦੋਂ ਤੁਹਾਡੇ ਯੂਨੀਵਰਸਿਟੀਆਂ ਵਿੱਚ ਉਹੀ ਸੰਗੀ ਲੈਣਾ ਆਉਂਦਾ ਹੈ, ਕੰਪੇਨ ਕਰਦਾ ਹੈ, ਜਦੋਂ ਉਹੀ ਤੁਹਾਨੂੰ 4 ਟੌਫੀਆਂ ਦੇ ਕੇ ਪੱਟਣ ਦੀ ਕੋਸ਼ਿਸ਼ਾਂ ਕਰਦਾ ਆ ਵੀ ਵੋਟਾਂ ਇੱਧਰ ਨੂੰ ਆ ਜਾਣ, ਤਾਂ ਉਦੋਂ ਇਹੋ ਜਿਹੇ ਬੰਦਿਆਂ ਨੂੰ ਸੂਤ ਕਰ ਦਿਓ। ਇਹਨਾਂ ਲੋਕਾਂ ਨੂੰ, ਸਾਨੂੰ ਸਟੂਡੈਂਟ ਆਰਗੇਨਾਈਜੇਸ਼ਨ ਗਿਣਨਾ ਹੀ ਨਹੀਂ ਚਾਹੀਦਾ ਜਿਹੜੇ ABVP ਵਰਗੀਆਂ ਸਾਡੀਆਂ ਯੂਨੀਵਰਸਿਟੀਆਂ 'ਚ ਫਿਰਦੀਆਂ ਨੇ। ਨਾ BJP ਵਰਗੀਆਂ ਕੋਈ ਲੋਕ ਪੱਖੀ ਸਰਕਾਰਾਂ ਨੇ ਤੇ ਨਾ ਹੀ ABVP ਵਰਗੀਆਂ ਕੋਈ ਸਟੂਡੈਂਟ ਪੱਖੀ ਆਰਗੇਨਾਈਜੇਸ਼ਨਸ ਨੇ। ਤਾਂ ਇਹਨਾਂ ਨੂੰ ਤਾਂ ਪਹਿਲਾਂ ਹੀ ਡੀਮਾਰਕੇਟ ਕਰ ਲਓ, ਪਹਿਲਾਂ ਹੀ ਇੱਕ ਲਕੀਰ ਖਿੱਚ ਲਓ। ਇਹਨਾਂ ਧਰਨਿਆਂ 'ਚ ਬਹੁਤ ਸਮਝ ਸਾਨੂੰ ਫ੍ਰੀ 'ਚ ਮਿਲ ਰਹੀ ਆ ਤੇ ਇਹਨੂੰ ਆ ਕੇ ਤੁਸੀਂ ਵੀ ਲਓ, ਆ ਕੇ ਆਪਣੀ ਸ਼ਮੂਲੀਅਤ ਦਿਖਾਓ। ਤੇ ਇਹੀ ਮੇਰਾ ਕਹਿਣਾ ਆ। ਬਾਕੀ ਨੌਜਵਾਨ ਕੁੜੀਆਂ ਨੂੰ ਵੀ ਜ਼ਰੂਰੀ, ਕਿਉਂਕਿ ਕੁੜੀਆਂ ਇੱਥੇ ਬਹੁਤ ਹੀ ਘੱਟ ਗਿਣਤੀ ਵਿੱਚ ਸਾਨੂੰ ਆਪਣਾ ਸਾਥ ਮਿਲ ਰਿਹਾ ਆ। ਕਿਤੇ ਨਾ ਕਿਤੇ ਸਾਨੂੰ ਵੀ ਆਪਣੀ ਗਲਤੀ ਲੱਗਦੀ ਹੈ ਵੀ ਅਸੀਂ ਤੁਹਾਡੇ ਤੱਕ ਉੱਥੇ ਪਹੁੰਚ ਨਹੀਂ ਪਾਏ, ਪਰ ਜਿੱਥੇ ਵੀ ਇਹ ਸੁਨੇਹਾ ਪਹੁੰਚਦਾ ਹੈ ਉਹਨਾਂ ਘਰਦਿਆਂ ਨੂੰ ਵੀ ਇਹ ਸੁਨੇਹਾ ਆ ਵੀ ਆਪਣੀਆਂ ਕੁੜੀਆਂ ਨੂੰ, ਆਪਣੇ ਮੁੰਡਿਆਂ ਨੂੰ, ਆਪਣੇ ਨੌਜਵਾਨਾਂ ਨੂੰ ਇਹਨਾਂ ਧਰਨਿਆਂ 'ਚ ਸ਼ਾਮਿਲ ਕਰਾਓ, ਕਿਉਂਕਿ ਇਹ ਬਹੁਤ ਹੀ ਇਤਿਹਾਸਿਕ ਜੰਗ ਹੈ ਤੇ ਰਜਿਸਟਰ ਕਰਾਈਏ ਅਸੀਂ ਕਿ ਅਸੀਂ ਆਪਣੇ ਲੜਦੇ ਲੋਕਾਂ ਦੇ ਨਾਲ ਖੜੇ ਹਾਂ। ਜੀ, ਬਸ ਹੋਰ ਵੀ ਜਿਹੜੇ ਬਜ਼ੁਰਗ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਕੀ ਨਾਮ ਜੀ? ਦਿਲਵਾਗ ਸਿੰਘ ਜੀ। ਠੀਕ ਹੈ ਜੀ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਅੱਜ ਅਥਰੂ ਗੈਸ ਦੇ ਗੋਲੇ ਹੋਰ ਮੰਗਵਾਏ ਗਏ ਨੇ ਤੇ ਫੌਜ ਵੀ ਤਾਇਨਾਤ ਕੀਤੀ ਗਈ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਟਕਰਾਅ ਦੀ ਸਥਿਤੀ 'ਚ ਹਾਲੇ ਵੀ ਹੈਗੀ ਹੈ ਜਾਂ ਨਰਮ ਪਈ ਅੱਗੇ ਨਾਲੋਂ? ਚਲੋ ਜੇ ਥੋੜਾ ਬਹੁਤ ਉਹ ਕਰਦੇ ਵੀ ਆ ਨਾ, ਪਰ ਇਹ ਜਿਹੜੀ ਕਿਸਾਨਾਂ ਦੀ ਜਿੱਤ ਆ, ਮਜ਼ਦੂਰਾਂ ਦੀ ਜਿੱਤ ਆ, ਇਹਦਾ ਜਿੱਤ ਹੀ ਹੋ ਕੇ ਰਹਿਣੀ ਆ। ਉਹ ਥੋੜਾ ਸਮਾਂ ਲੱਗ ਜਾਊਗਾ ਪਰ ਜਿੱਤ ਤਾਂ ਜਿੱਤ ਹੀ ਆ। ਇਹ ਨਹੀਂ ਵੀ ਪਿੱਛੇ ਹਟ ਜਾਣਗੇ ਜਾਂ ਕੁਛ, ਚਾਹੇ ਗੋਲੇ ਸਿੱਟ ਲੈਣ ਚਾਹੇ ਗੋਲੀਆਂ ਮਾਰ ਲੈਣ। ਇਹ ਸਿੱਖਾਂ ਨੂੰ ਤੇ ਸਰਦਾਰਾਂ ਨੂੰ ਤੇ ਮਜ਼ਦੂਰਾਂ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਜੇ ਕੋਈ ਮਾਰਨਾ ਤੱਕਣਾ ਕਰ ਲੈਣ, ਜੋ ਕਰਨਾ ਅਸੀਂ ਉੱਥੇ ਜਾਵਾਂਗੇ, ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ, ਹਰ ਹਾਲਤ 'ਚ ਪਹੁੰਚਾਂਗੇ। ਕਿੰਨੇ ਕੁ ਦਿਨ ਹੋ ਗਏ ਤੁਹਾਨੂੰ ਦਿੱਲੀ ਆਇਆਂ ਨੂੰ ਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਪਹਿਲਾਂ ਆਏ ਤੇ 26 ਤਰੀਕ ਨੂੰ ਘਰੋਂ ਚੱਲੇ ਤੇ ਨਵਾਂਸ਼ਹਿਰ ਜ਼ਿਲ੍ਹਾ ਸਾਡਾ। ਉੱਥੋਂ ਅਸੀਂ ਚੱਲ ਕੇ ਅੱਗੇ ਜਿੱਦਾਂ ਬੈਰੀਗਲ ਇਹ ਸੀਗੇ, ਗੋਲੇ ਸਿੱਟੇ ਸਾਡੇ ਪਰ ਸਾਰੇ ਅਸੀਂ ਆਪ ਤੋੜਦੇ, ਸਾਡੇ ਕੋਲ ਵੀਡੀਓ ਵੀ ਪਈਆਂ, ਸਾਰਾ ਕੁਝ ਹੈਗਾ। ਅਸੀਂ ਇਸੇ ਤਰ੍ਹਾਂ ਇੱਥੇ ਸਿਰੇ ਤੱਕ ਆਏ। ਇੱਥੇ ਆ ਕੇ ਫਿਰ ਸਾਡਾ ਇੱਥੇ ਅਸੀਂ ਰੁਕ ਗਏ। ਫਿਰ 2-3 ਦਿਨ ਅਸੀਂ ਇੱਥੇ ਚੱਲਦਾ ਰਿਹਾ, ਉਹਦੇ ਬਾਅਦ ਫਿਰ ਵਾਪਸ ਗਏ। ਹੁਣ ਕੱਲ ਦੇ ਫਿਰ ਸਵੇਰ ਦੇ ਅਸੀਂ ਇੱਥੇ ਆਏ ਆ। ਇੱਦਾਂ ਹੀ ਅਸੀਂ ਫਿਰ ਜਾਵਾਂਗੇ, ਹੋਰ ਸਾਡੇ ਪਿੱਛੋਂ ਬੰਦੇ ਆਣਗੇ, ਸਾਡੇ ਪਿੰਡਾਂ ਤੋਂ ਸਾਰੇ ਆਣਗੇ। ਪਰ ਅਸੀਂ ਇਹ ਜੰਗ ਜਿੱਤ ਕੇ ਜਾਵਾਂਗੇ, ਐਦਾਂ ਨਹੀਂ ਇੱਥੋਂ ਜਾਂਦੇ। ਜੋ ਵੀ ਹੋਊਗਾ ਜਿੱਤ ਕੇ ਜਾਵਾਂਗੇ, ਇਕੱਠੇ ਆ ਸਾਰੇ। ਤੁਹਾਡਾ ਕੀ ਨਾਮ?
ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਅੱਛਾ, ਤੁਸੀਂ ਕਿੱਥੋਂ ਆਏ ਹੋ? ਅਸੀਂ ਪਿੰਡ ਮਜੂਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਅਸੀਂ ਆਏ ਆ। ਜਦੋਂ ਸਾਨੂੰ ਕਿਸਾਨ ਆਗੂਆਂ ਨੇ ਸੱਦਾ ਦਿੱਤਾ ਸੀ ਵੀ 26 ਤਰੀਕ ਨੂੰ ਅਸੀਂ ਚਾਲੇ ਪਾਣੇ ਆ, ਤਾਂ ਮੈਂ 20 ਤਰੀਕ ਨੂੰ ਆਪਣੇ ਪਿੰਡ ਵਿੱਚ ਅਨਾਉਂਸ ਕਰ ਦਿੱਤਾ ਸੀ ਕਿ ਅਸੀਂ ਟਰਾਲੀ ਲੈ ਕੇ ਜਾਵਾਂਗੇ, ਜਿੰਨੀ ਸੰਗਤ ਆਣੀ ਚਾਹੁੰਦੀ ਆ ਸਾਨੂੰ ਦੱਸੇ। ਚਲੋ ਕਣਕ ਦੀ ਬਿਜਾਈ ਚੱਲਦੀ ਸੀ ਤਾਂ ਸੰਗਤ ਘੱਟ ਹੋਈ, ਤਾਂ ਅਸੀਂ ਇੱਕ ਗੱਡੀ ਦਾ ਇੰਤਜ਼ਾਮ ਕੀਤਾ। ਅਸੀਂ 7-8 ਮੈਂਬਰ ਆਏ। ਜਦੋਂ ਅਸੀਂ ਸਭ ਤੋਂ ਪਹਿਲਾਂ ਸ਼ੰਭੂ ਮੋਰਚੇ ਸ਼ੰਭੂ ਬਾਰਡਰ ਤੇ ਆਏ, ਉੱਥੋਂ ਅਸੀਂ ਫਾਈਟ ਕੀਤੀ, ਅਸੀਂ ਉੱਥੇ ਮੋਰਚਾ ਤੋੜਿਆ। ਫਿਰ ਸਾਡੇ ਕੋਲ ਗੱਡੀ ਸੀ। ਸਾਨੂੰ ਜਿਹੜੇ ਕਿਸਾਨ ਆਗੂ ਨੇ ਕਿਹਾ ਹੋਇਆ ਸੀ, ਜੋ ਜਿਹੜੇ ਸਾਨੂੰ ਗਾਈਡ ਕਰ ਰਹੇ ਸੀ ਵੀ ਤੁਸੀਂ ਫਰੰਟ ਲੇਨ ਤੇ ਨਹੀਂ ਚੱਲਣਾ, ਫਰੰਟ ਲੇਨ ਤੇ ਸਿਰਫ ਟਰੈਕਟਰ ਚੱਲਣਗੇ, ਜਿਹੜੇ 4x4 ਟਰੈਕਟਰ ਨੇ, ਜਿਨ੍ਹਾਂ ਦੇ ਉੱਤੇ ਸਿਰਫ ਯੂਥ ਹੈ, ਸਿਰਫ ਯੂਥ। ਸਾਡੇ ਨਾਲ ਕੁਝ ਬਜ਼ੁਰਗ ਵੀ ਸੀ, ਹੌਸਲਾ ਤੁਰਨ ਵਿੱਚ ਕੋਈ ਔਖੀ ਹੁੰਦੀ, ਸਿਰਫ ਉੱਤੇ ਫਰੰਟ ਲਾਈਨ ਤੇ ਯੂਥ ਚੱਲੇਗਾ ਔਰ ਟਰੈਕਟਰ ਚੱਲਣਗੇ ਜਿਨ੍ਹਾਂ ਕੋਲ ਟੋਚਨ ਹੈ ਪੱਥਰ ਵੱਖ ਕਰਨ ਦੇ। ਤੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਕਰਨਾਲ ਪਹੁੰਚ ਗਏ। ਕਰਨਾਲ ਉਹਨਾਂ ਨੇ ਬਹੁਤ ਵੱਡਾ ਹਾਈਵੇ ਜਾਮ ਕੀਤਾ ਹੋਇਆ ਸੀ, ਵਾਟਰ ਕੈਨਨ ਚੱਲਦੇ ਸੀ, ਤਾਂ ਅਥਰੂ ਗੈਸ ਦੇ ਗੋਲੇ ਅਸੀਂ ਜ਼ਿੰਦਗੀ 'ਚ ਦੇਖੇ ਤਾਂ ਨਹੀਂ, ਇੰਨੀ ਉਮਰ ਨਹੀਂ, ਬਟ ਉਸ ਦਿਨ ਅਸੀਂ ਮਹਿਸੂਸ ਕੀਤਾ ਵੀ ਕਿੰਨੀ ਉਹਨਾਂ ਦੇ ਵਿੱਚ ਗੈਸ ਆ। ਸਾਡੇ ਸਿੰਘਾਂ ਨੇ ਉਹ ਗੋਲਿਆਂ ਨੂੰ ਬੋਰੀਆਂ ਦੇ ਨਾਲ ਲਪੇਟ ਕੇ ਡੱਬੇ ਵਿੱਚ ਪਾ ਕੇ ਉਹਨੂੰ ਕੈਚ ਕਰ ਲਿਆ। ਅਸੀਂ ਉਹ ਬਾਰਡਰ ਕ੍ਰਾਸ ਕਰਕੇ ਜਦੋਂ ਅਸੀਂ ਰਾਤ ਨੂੰ 9 ਵਜੇ ਫਿਰ ਸਾਡੀ ਗੱਡੀ ਅੱਗੇ ਜਾਂਦੀ ਆ, ਤਾਂ ਜਦੋਂ ਅਸੀਂ ਫਰੰਟ ਤੇ ਜਾਂਦੇ ਆ ਫਿਰ ਕੰਟੇਨਰ ਰੱਖੇ ਜਾਂਦੇ ਰੋਡ ਉੱਤੇ। 9:30 ਵਜੇ ਕੰਟੇਨਰ ਰੱਖ ਦਿੱਤੇ, ਰਾਤ ਦਾ ਸਮਾਂ ਸੀ। ਫਿਰ ਅਸੀਂ ਸੋਚਿਆ ਹੁਣ ਅਸੀਂ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਕਰਾਂਗੇ ਜਿਹਦੇ ਨਾਲ ਸਾਡਾ ਕੋਈ ਨੁਕਸਾਨ ਹੋਵੇ। ਸਾਡੇ ਸਾਥੀ ਜਿੰਨਾ ਚਿਰ ਪਿੱਛੇ ਤੋਂ ਨਹੀਂ ਆਉਂਦੇ, ਸਾਡੇ ਟਰੈਕਟਰ ਜਿੰਨਾ ਚਿਰ ਨਹੀਂ ਆਉਂਦੇ, ਅਸੀਂ ਉਨਾ ਚਿਰ ਕੁਝ ਨਹੀਂ ਕਰਨਾ। ਫਿਰ ਕਿਉਂ ਟਰੈਕਟਰ ਕਰਨਾਲ ਰੁਕ ਗਏ ਸੀ, ਸਾਡੇ ਉਹ ਗੱਡੀਆਂ ਸੀ, ਅਸੀਂ ਵੀ ਉੱਥੇ ਰੁਕ ਗਏ। ਅਸੀਂ ਇੱਕ ਸਟੇ ਕੀਤੀ ਢਾਬੇ ਦੇ ਉੱਤੇ। ਫਿਰ ਦੂਸਰੇ ਦਿਨ ਅਸੀਂ ਫਿਰ ਆ ਗਏ। ਫਿਰ ਅਸੀਂ ਆ ਕੇ ਸਾਡੇ ਇਹਨਾਂ ਸਿੰਘਾਂ ਨੇ, ਸਾਡੇ ਕੋਲ ਵੀਡੀਓ ਹੈ ਜਿਸ ਤਰ੍ਹਾਂ ਅਸੀਂ ਕੰਟੇਨਰ ਵਾਕ ਕੀਤੇ, ਅਸੀਂ ਕੰਟੇਨਰ ਵਾਕ ਕਰਕੇ ਫਿਰ ਅਸੀਂ ਇੱਥੇ ਆ ਗਏ। ਜਦੋਂ ਅਸੀਂ ਇੱਥੇ ਆਉਂਦੇ ਹਾਂ ਸਾਡੀ ਗੱਡੀ ਬਿਲਕੁਲ ਨਜ਼ਦੀਕ ਖੜਦੀ ਆ। ਅਸੀਂ ਜਦੋਂ ਦੇਖਦੇ ਹਾਂ, ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਮੋਰਿਓ ਜੋ ਸਾਨੂੰ ਦਿੱਤਾ ਜਾਂਦਾ ਹੈ ਅਥਰੂ ਗੈਸ ਦੇ ਗੋਲਿਆਂ ਨਾਲ ਸਾਨੂੰ ਡਰਾਇਆ ਜਾਂਦਾ ਹੈ। ਫਿਰ ਅਸੀਂ ਡਟੇ ਰਹਿੰਦੇ ਹਾਂ ਇੱਥੇ, ਫਿਰ ਅਸੀਂ ਡਟੇ ਰਹਿੰਦੇ ਹਾਂ। ਅਸੀਂ ਜਦੋਂ ਪਿੰਡ ਤੋਂ ਚੱਲੇ ਸੀ, ਅਸੀਂ ਅਨਾਉਂਸ ਕਰ ਦਿੱਤਾ ਸੀ ਕੋਈ ਫਿਕਰ ਨਾ ਕਰਿਓ, ਅਸੀਂ ਆ ਗਏ ਵਾਪਸ ਤਾਂ ਵੀ ਕੋਈ ਗੱਲ ਨਹੀਂ, ਨਾ ਆਏ ਤਾਂ ਵੀ ਕੋਈ ਗੱਲ ਨਹੀਂ। ਪਿੰਡ ਵਿੱਚ ਅੱਜ ਮੇਰੇ ਪਿੰਡ ਚੌਥੀ ਮੌਤ ਹੋ ਗਈ ਹੈ, ਸਾਨੂੰ ਸ਼ਾਇਦ ਜਾਣਾ ਪਵੇ। 1 ਮਹੀਨੇ 'ਚ 5ਵੀਂ ਮੌਤ ਮੇਰੇ ਪਿੰਡ ਹੋ ਗਈ। ਸਾਨੂੰ ਪਿੰਡ ਵਿੱਚ ਰਹਿੰਦੇ ਆ, ਹਾਰਟ ਅਟੈਕ ਨਾਲ ਪਤਾ ਨਹੀਂ ਕਦੋਂ ਮੌਤ ਹੋ ਜਾਣੀ, ਹਾਰਟ ਅਟੈਕ ਨਾਲ ਮੌਤ ਹੋ ਜਾਵੇ, ਐਕਸੀਡੈਂਟ ਨਾਲ ਮੌਤ ਹੋ ਜਾਵੇ। ਮੈਂ ਟੈਕਸੀ ਚਾਲਕ ਹਾਂ ਔਰ ਕਿਸਾਨ ਵੀ ਹਾਂ, ਕਈਆਂ ਦਾ ਮੌਤ ਹੋ ਗਈ ਆ ਤੇ ਪਤਾ ਨਹੀਂ ਕਦੋਂ ਮੌਤ ਹੋ ਜਾਣੀ। ਇਤਿਹਾਸ ਵਿੱਚ ਨਾ ਉਹਨਾਂ ਦਾ ਲਿਖਿਆ ਜਾਂਦਾ ਹੈ ਜਿਹੜਾ ਆਦਮੀ ਦੇਸ਼, ਕੌਮ ਤੇ ਪੰਥ ਲਈ ਸ਼ਹਾਦਤ ਦਿੰਦਾ ਹੈ, ਸ਼ਹੀਦ ਹੋ ਜਾਂਦਾ ਹੈ, ਉਸ ਦਾ ਨਾਂ ਲਿਖਿਆ ਜਾਂਦਾ ਹੈ, ਹੋਰ ਕਿਸੇ ਦਾ ਨਾਂ ਨਹੀਂ ਲਿਖਿਆ ਜਾਂਦਾ। ਅਸੀਂ ਆਪਣੇ ਖੂਨ ਦੇ ਕਤਰੇ ਦੇ ਨਾਲ ਇਤਿਹਾਸ ਦੁਬਾਰਾ ਲਿਖ ਦਾਂਗੇ। ਲਿਖਣ ਆਏ ਆ ਤੇ ਲਿਖ ਕੇ ਜਾਵਾਂਗੇ, ਖਾਲੀ ਨਹੀਂ ਜਾਂਦੇ। ਜੇ ਸਾਡੇ ਆਗੂ ਜੋ ਵੀ ਕਹਿਣ ਅਸੀਂ ਉਹਨਾਂ ਦੇ ਕਹਿਣ ਤੇ ਤਿਆਰ ਹਾਂ, ਪਰ ਇਹ ਆਪਣਾ ਖਿਆਲ ਰੱਖਣ। ਮੈਂ ਦੁਬਾਰਾ ਫਿਰ ਬੇਨਤੀ ਕਰਦਾ ਹਾਂ, ਮੈਨੂੰ ਪਤਾ ਲੱਗਿਆ ਵੀ ਸਾਡੇ ਕੁਛ ਜਿਹੜੀਆਂ ਜਥੇਬੰਦੀਆਂ ਨੇ, ਯੂਥ ਨੇ, ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਕਿਸਾਨ ਆਗੂ, ਜਿਵੇਂ ਦੀਪ ਸਿੱਧੂ ਹੈ ਸ਼ੰਭੂ ਮੋਰਚੇ ਤੋਂ, ਉਹਨੂੰ ਵੀ ਟਾਈਮ ਨਹੀਂ ਮਿਲ ਰਿਹਾ, ਬਾਈ ਲੱਖੇ ਸਿਧਾਣੇ ਨੂੰ ਟਾਈਮ ਨਹੀਂ ਮਿਲ ਰਿਹਾ। ਅਸੀਂ ਇਹ ਕਹਿੰਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਬਣੇ ਕਿ ਤਾਂ ਕਿ ਉਹ ਅੱਡ ਹੋ ਜਾਣ। ਮੈਨੂੰ ਅੱਜ ਰਿਪੋਰਟ ਮਿਲੀ ਹੈ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ, ਹੋ ਸਕਦਾ ਅੱਡ ਸਟੇਜ ਲਾ ਲੈਣ। ਜੇ ਅੱਡ ਸਟੇਜ ਲੱਗ ਕੇ ਮੰਨ ਲੈਂਦੇ ਆ ਤਾਂ ਯੂਥ ਉੱਥੇ ਚਲਾ ਜਾਏਗਾ। ਲੱਖੇ ਸਿਧਾਣੇ ਨਾਲ ਹੁਣੇ ਗੱਲ ਹੋਈ ਹੈ, ਕਹਿੰਦਾ ਮੈਨੂੰ ਟਾਈਮ ਮਿਲਿਆ, ਮੈਂ ਬੋਲਿਆ ਵੀ ਆ ਤੇ ਸਟੇਜ ਇਹੀ ਰਹੂਗੀ। ਉਹ ਕਹਿੰਦੇ ਮੈਂ ਇਕਜੁੱਟ ਕਰਕੇ ਰੱਖਣਾ ਸਭ ਨੂੰ, ਤੇ ਬਾਕੀ ਵੀ ਸਾਰੇ ਜਿਹੜੇ ਵੀ ਕਿਸਾਨ ਭਰਾ ਹੈਗੇ ਨੇ ਅਸੀਂ ਸਾਰੇ ਇਕਜੁੱਟ ਹੈਗੇ ਆ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਇਕਜੁੱਟਤਾ ਬਣਾਈ ਰੱਖੋਗੇ ਤੇ ਇਹ ਕਿਸਾਨੀ ਅੰਦੋਲਨ ਅੱਗੇ ਵਧੂਗਾ, ਏਕਤਾ ਬਣਾਈ ਰੱਖੋਗੇ। ਸੋ ਮੈਂ ਤੁਹਾਨੂੰ ਹੁਣ ਤਸਵੀਰਾਂ ਉਹ ਵੀ ਦਿਖਾਉਣਾ ਕਿ ਜਿਹੜੇ ਮੇਰੇ ਵੀਰ ਇੱਥੇ ਲੰਗਰ ਦੀ ਵੀ ਸੇਵਾ ਕਰਦੇ ਨੇ, ਰਾਤ ਦੇ ਖਾਣੇ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ, ਠੀਕ ਹੋ? ਵਧੀਆ ਵਧੀਆ ਜੀ, ਠੀਕ ਠਾਕ ਜੀ। ਕਿੱਥੋਂ ਆਏ ਹੋ ਤੇ ਕਿੰਨੇ ਕੁ ਦਿਨ ਹੋ ਗਏ ਆਇਆਂ ਨੂੰ? ਅਸੀਂ ਫਤਿਹਗੜ੍ਹ ਸਾਹਿਬ ਏਰੀਆ ਤੋਂ ਆਏ ਆ ਜੀ। ਅੱਛਾ ਅੱਛਾ ਜੀ। 3 ਦਿਨ ਹੋ ਚੁੱਕੇ ਨੇ ਸਾਨੂੰ। 3 ਦਿਨ ਹੋ ਚੁੱਕੇ ਤੁਹਾਨੂੰ? ਹਾਂਜੀ, 2-3 ਦਿਨ ਹੋ ਚੁੱਕੇ ਨੇ। ਅੱਛਾ ਅੱਛਾ। ਤੇ ਇੱਥੇ ਹੀ ਰਹਿ ਰਹੇ ਹੋ ਤੁਸੀਂ ਫਿਰ? ਹਾਂਜੀ ਹਾਂਜੀ। ਅੱਛਾ, ਇਹ ਹੁਣ ਤੁਸੀਂ ਰਾਤ ਦੇ ਖਾਣੇ ਦੀ ਤਿਆਰੀ ਕਰ ਰਹੇ ਹੋ? ਹਾਂਜੀ ਹਾਂਜੀ। ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਚੁੱਕੇਗੀ? ਕਿਉਂਕਿ ਪਹਿਲਾਂ ਤਾਂ ਸਮਾਂ ਨਹੀਂ ਦਿੱਤਾ ਜਾ ਰਿਹਾ ਸੀ ਕੇਂਦਰ ਦੇ ਮੰਤਰੀਆਂ ਵੱਲੋਂ, ਹੁਣ ਤਾਂ ਤਰਲੇ ਕੱਢੇ ਜਾ ਰਹੇ ਨੇ ਕਿ ਭਾਈ ਅਸੀਂ ਛੇਤੀ ਛੇਤੀ ਮੀਟਿੰਗਾਂ ਕਰਨੀਆਂ ਨੇ। ਕੀ ਲੱਗ ਰਿਹਾ ਤੁਹਾਨੂੰ ਆਉਣ ਵਾਲਾ ਸਮਾਂ ਕੀ ਬਣੂਗਾ? ਨਹੀਂ, ਝੁਕਣਾ ਹੀ ਪੈਣਾ ਜੀ ਉਹਨਾਂ ਨੂੰ ਤਾਂ, ਹੋਰ ਕੋਈ ਹੱਲ ਹੀ ਨਹੀਂ ਹੈਗਾ ਇਹਦਾ।
ਜੇ ਨਾ ਚੁੱਕੀ ਤੁਹਾਡਾ ਲੰਗਰ ਇਦਾਂ ਹੀ ਜਾਰੀ ਰਹੂਗਾ? ਲੰਗਰ ਸਾਡਾ ਧਰਨਾ ਇਦਾਂ ਹੀ ਜਾਰੀ ਰਹੂਗਾ। ਜੀ ਜੀ। ਤੁਸੀਂ ਕਿੱਥੋਂ ਰਹਿਣ ਵਾਲੇ ਭਾਜੀ? ਮੈਂ ਧੂਰਾ ਪਿੰਡ ਤੋਂ ਆਇਆ ਜੀ, ਮੰਡੀ ਗੋਬਿੰਦਗੜ੍ਹ ਤੋਂ ਹੀ। ਅੱਛਾ, ਦੋ ਸ਼ਬਦਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਕਹਿਣਾ ਹੋਵੇ ਤਾਂ ਕੀ ਕਹੋਗੇ? ਅਕਲ ਸਿੱਖ ਲਵੇ ਜੀ ਮਾੜੀ ਮੋਟੀ, ਸਮਝੇ ਜੱਟਾਂ ਦੀਆਂ ਭਾਵਨਾਵਾਂ ਨੂੰ। ਹਾਂਜੀ, ਇਹ ਅੱਜ ਦੇਸ਼ ਦਾ ਅੰਦੋਲਨ ਬਣ ਚੁੱਕਿਆ ਹੈ। ਵੱਖ-ਵੱਖ ਸਟੇਟਾਂ ਤੋਂ ਜਿਹੜੇ ਕਿਸਾਨ ਹੈਗੇ ਨੇ ਉਹ ਇੱਥੇ ਦਿੱਲੀ ਪੁੱਜੇ ਹੋਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਦੂਜੇ ਕਿਸਾਨ ਹੈਗੇ ਨੇ ਉਹਨਾਂ ਦੀਆਂ ਵੀ ਮੁਸ਼ਕਲਾਂ ਇਸ ਤਰ੍ਹਾਂ ਹੱਲ ਹੋਣਗੀਆਂ? ਇਹ ਸਾਰੇ ਕਿਸਾਨਾਂ ਦੀਆਂ ਮੁਸ਼ਕਲਾਂ ਇਸ ਤਰ੍ਹਾਂ ਹੀ ਹੱਲ ਹੋਣਗੀਆਂ ਜੀ, ਜੇ ਜਿਹੜੇ ਕਾਨੂੰਨ ਨੇ ਸਾਰੀ ਖੇਤੀ ਦੇ ਖਿਲਾਫ ਨੇ ਜੀ। ਅਸੀਂ ਹੁਣ ਮੰਡੀਆਂ ਦੇ ਵਿੱਚ ਮੱਕੀ ਵਗੈਰਾ ਲੈ ਕੇ ਜਾਂਦੇ ਆ, ਅਸੀਂ ਇਹ ਦੇਖ ਚੁੱਕੇ ਹਾਂ ਜੀ, ਉੱਥੇ 1800 ਰੁਪਏ MSP ਇਹ ਕਰਦੇ ਨੇ, ਪਰ ਜਿਹੜੀ ਪ੍ਰਾਈਵੇਟ ਖਰੀਦ ਹੁੰਦੀ ਹੈ ਉਹ ਸਾਨੂੰ 700-800 ਰੁਪਏ ਤੋਂ ਵੱਧ ਦਿੰਦੇ ਨਹੀਂ ਹੈਗੇ। ਤਾਂ ਇਸ ਕਰਕੇ ਜੇ ਇਹਨਾਂ ਨੇ ਇਹ ਵੀ ਇਕਣੇ ਕਰਤੀ, ਫਿਰ ਇਹਦਾ ਵੀ ਸਾਨੂੰ ਰੇਟ ਨਹੀਂ ਮਿਲਣਾ। ਤੁਸੀਂ ਆਪਣੇ ਘਰਾਂ ਤੋਂ ਇੱਥੇ ਆ ਕੇ ਬੈਠੇ ਹੋਏ ਹੋ, ਘਰ ਦੇ ਉਡੀਕ ਨਹੀਂ ਕਰਦੇ? ਮਾਂ ਦਾ ਫੋਨ ਨਹੀਂ ਆਉਂਦਾ? ਪੁੱਛਦੇ ਨਹੀਂ ਕਿ ਪੁੱਤਰ ਕੀ ਹਾਲ ਹੈ? ਫੋਨ ਆਉਂਦਾ ਜੀ, ਬੱਚਿਆਂ ਦਾ ਫੋਨ ਆਉਂਦਾ 2-3। ਕੀ ਮਹਿਸੂਸ ਕਰਦੇ ਹੋ ਫਿਰ ਤੁਸੀਂ? ਮਹਿਸੂਸ ਕਰਦੇ ਹਾਂ ਜੀ, ਇਹ ਉਹ ਵੀ ਜ਼ਰੂਰੀ ਨੇ, ਇਹ ਵੀ ਜ਼ਰੂਰੀ ਹੈ ਜੀ। ਜੇ ਅਸੀਂ ਹੁਣ ਇੱਥੇ ਆ ਕੇ ਪ੍ਰੋਟੈਸਟ ਨਾ ਕਰਿਆ ਤਾਂ ਬਾਅਦ ਦੇ ਵਿੱਚ ਸਾਡੇ ਕੋਲ ਪਛਤਾਉਣ ਤੋਂ ਛੁੱਟ ਕੁਝ ਨਹੀਂ ਰਹਿਣਾ ਜੀ। ਹਾਂਜੀ, ਸਾਨੂੰ ਇਹ ਕਰਨਾ ਹੀ ਪੈਣਾ। ਸੋ ਭਾਜੀ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ, ਦੋ ਸ਼ਬਦਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਕਹਿਣਾ ਹੋਵੇ ਤਾਂ ਕੀ ਕਹੋਗੇ? ਲਾਣਤਾ ਤੋਂ ਬਗੈਰ ਉਹਨੂੰ ਕੀ ਕਹਿ ਸਕਦੇ ਹਾਂ, ਸਿਰਫ ਲਾਣਤਾ ਹੀ ਪਾ ਸਕਦੇ ਹਾਂ। ਸੋ ਤੁਹਾਨੂੰ ਲੱਗਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਮਸਲੇ ਵੱਲ ਧਿਆਨ ਦੇਣਗੇ, ਮਸਲਾ ਹੱਲ ਕਰਨਗੇ ਛੇਤੀ? ਵੀਰ ਜੀ, ਕਰਨਾ ਹੀ ਪੈਣਾ, ਝੁਕਣਾ ਪੈਣਾ ਹੈ, ਕਿਉਂਕਿ ਸਾਰੇ ਕਿਸਾਨ ਯੂਪੀ ਬਿਹਾਰ ਸਾਰੇ ਇਕਜੁੱਟ ਹੋ ਕੇ ਖੜੇ ਹੋਏ ਨੇ ਜੀ। ਜੇ ਐਦਾਂ ਖੜੇ ਰਹਿਣਗੇ ਕਾਮਯਾਬੀ ਮਿਲਣੀ ਹੈ ਜੀ। ਠੀਕ ਹੈ ਜੀ। ਹਾਂਜੀ। ਸੋ ਕਿੰਨੇ ਕੁ ਇੱਥੇ ਬੰਦਿਆਂ ਦਾ ਤੁਸੀਂ ਲੰਗਰ ਤਿਆਰ ਕਰ ਰਹੇ ਹੋ? ਦੇਖੋ ਵੀਰ ਜੀ, ਹੁਣ ਲੰਗਰ ਤਿਆਰ ਹੋਣਾ, ਖਬਰਾਂ ਕਿੰਨੇ ਛਕਣਾ ਜੀ। ਕੀ ਬਾਤ ਹੈ। ਹਾਂਜੀ, ਬਹੁਤ ਭਾਜੀ ਤੁਹਾਡਾ ਧੰਨਵਾਦ, ਤੁਸੀਂ ਬੜੀ ਸੇਵਾ ਕਰ ਰਹੇ ਹੋ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਕੁੰਡਲੀ ਬਾਰਡਰ ਦੀਆਂ ਤਸਵੀਰਾਂ ਨੇ। ਇੱਥੇ ਲੰਗਰ ਵੀ ਚੱਲ ਰਹੇ ਨੇ, ਰਾਸ਼ਨ ਪਾਣੀ ਪੂਰਾ ਕਿਸਾਨ ਨਾਲ ਲੈ ਕੇ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 6 ਮਹੀਨਿਆਂ ਦਾ ਰਾਸ਼ਨ ਹੈ, ਸਾਨੂੰ ਕੋਈ ਚਿੰਤਾ ਨਹੀਂ ਹੈਗੀ। ਤੇ ਸਰਕਾਰ ਤੋਂ ਮੰਗ ਜ਼ਰੂਰ ਕਰਦੇ ਨੇ ਕਿ ਛੇਤੀ ਤੋਂ ਛੇਤੀ ਮਸਲਾ ਹੱਲ ਕੀਤਾ ਜਾਵੇ। ਠੰਡ ਦੇ ਵਿੱਚ ਉਹ ਆਪਣੇ ਘਰਾਂ ਨੂੰ ਛੱਡ ਕੇ ਰਾਤਾਂ ਸੜਕਾਂ ਦੇ ਉੱਤੇ ਬਿਤਾ ਰਹੇ ਨੇ। ਸਰਕਾਰ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਆਪਣੀਆਂ ਸਟੇਟਾਂ ਤੋਂ ਦਿੱਲੀ ਆਉਣ ਦੇ ਲਈ। ਜੇ ਸਮਾਂ ਸਿਰ ਕਦਮ ਚੁੱਕਿਆ ਜਾਂਦਾ ਤਾਂ ਅੱਜ ਇਹ ਇੱਥੇ ਕਿਸਾਨ ਨਹੀਂ ਹੋਣੇ ਸੀ, ਆਪਣੇ ਘਰਾਂ ਦੇ ਵਿੱਚ ਹੁੰਦੇ। ਪਰ ਤੁਸੀਂ ਦੇਖੋ ਕਿ ਇੱਥੋਂ ਦੇ ਹਾਲਾਤ ਕੀ ਬਣੇ ਹੋਏ ਨੇ। ਇਹ ਵੀ ਦੇਖਣਾ ਦਿਲਚਸਪ ਹੋਏਗਾ ਕਿ ਕੇਂਦਰ ਸਰਕਾਰ ਕਿੰਨੀ ਛੇਤੀ ਇਸ ਮਸਲੇ ਦਾ ਹੱਲ ਕਰਦੀ ਹੈ। ਟਰੱਕ ਦੇ ਉੱਤੇ ਨੌਜਵਾਨ ਬੈਠੇ ਨੇ, ਬਜ਼ੁਰਗ ਵੀ ਬੈਠੇ ਹੋਏ ਨੇ। ਉਹਨਾਂ ਨੂੰ ਬੈਠਿਆਂ ਨੂੰ 6-7 ਦਿਨ ਹੋ ਗਏ ਨੇ, ਪਰ ਉਹਨਾਂ ਦੇ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਆਈ, ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆਈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿੱਤ ਕੇ ਜਾਵਾਂਗੇ। ਲਗਾਤਾਰ ਇੱਥੇ ਨਾਅਰੇਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਗੱਲਬਾਤ ਵੀ ਕਰਾਂਗੇ ਇਹਨਾਂ ਨਾਲ। ਕੀ ਲੱਗ ਰਿਹਾ ਤੁਹਾਨੂੰ ਕਿ ਮੋਦੀ ਸਰਕਾਰ ਝੁਕੇਗੀ? ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਮਸਲਾ ਹੱਲ ਕਰੂਗੀ? ਝੁਕੂਗੀ ਮਾਲਕੋ, ਕਿਉਂ ਨਹੀਂ ਝੁਕੂਗੀ, ਝੁਕਾ ਦਾਂਗੇ। ਕਿੱਥੋਂ ਆਏ ਹੋ ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ? ਮੈਂ ਲੁਧਿਆਣੇ ਤੋਂ ਆਇਆ ਜੀ। ਅੱਛਾ, 4 ਦਿਨ ਹੋ ਗਏ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਇੱਥੇ ਤੁਸੀਂ ਰਹਿ ਰਹੇ ਹੋ? ਹਾਂਜੀ। ਘਰ-ਬਾਰ ਪਿੱਛੋਂ ਫੋਨ ਆਉਂਦਾ ਘਰਦਿਆਂ ਦਾ? ਮੈਨੂੰ ਘਰ-ਬਾਰ ਫੋਨ ਹੀ ਨਹੀਂ ਆਉਂਦਾ ਜੀ, ਘਰੇ ਜਿੰਦਾ ਮਾਰ ਕੇ ਆਇਆ, ਕੱਲਾ ਵਾਂ, ਕੋਈ ਚੱਕਰ ਹੀ ਨਹੀਂ। ਅੱਛਾ, ਕੱਲਾ ਵਾਂ, ਕੋਈ ਚੱਕਰ ਹੀ ਨਹੀਂ, ਕਿਸੇ ਦਾ ਫੋਨ ਫਾਨ ਨਹੀਂ ਆਉਂਦਾ। ਇਹ ਤਾਂ ਮੇਰਾ ਘਰ ਆ, ਪੰਜਾਬ ਆ, ਮੈਂ ਤਾਂ ਬੁੱਲੇ ਲੁੱਟਦਾ ਪਿਆ, ਨਜ਼ਾਰੇ ਲੈਣਾ। ਤੁਹਾਨੂੰ ਵੀ ਕੋਈ ਚੱਕਰ ਨਹੀਂ, ਜਿਹੜੇ ਅੱਗੇ ਬੈਠੇ ਨੇ ਉਹਨਾਂ ਨੂੰ ਵੀ ਕੋਈ ਚੱਕਰ ਨਹੀਂ, ਉਹਨਾਂ ਦੇ ਵੀ ਅੱਗੇ ਪਿੱਛੇ ਕੋਈ ਨਹੀਂ ਹੈਗਾ। ਦਿੱਲੀ ਸਾਰੇ ਪਾਸੇ ਬੰਦ ਆ, ਜਦੋਂ ਘਾਟਾ ਪਊ ਉਹਨੂੰ ਪਊ। ਉਹਦੇ ਚੀਕਾਂ ਨਿਕਲ ਗਈਆਂ ਮੋਦੀ ਦੀਆਂ। ਸੋ ਤੁਹਾਨੂੰ ਕੀ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਇੱਥੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਬੈਠਕਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨ ਆਗੂਆਂ ਦੇ ਨਾਲ, ਤੇ ਇਹਨਾਂ ਬੈਠਕਾਂ ਦੇ ਵਿੱਚੋਂ ਕੋਈ ਹੱਲ ਨਿਕਲੂਗਾ? ਕਿੰਨੀ ਕੁ ਛੇਤੀ ਨਿਕਲੂਗਾ? ਕੀ ਉਮੀਦ ਰੱਖਦੇ ਹੋ? ਇਹ ਜੀ ਦੇਖੋ, ਕਿਸਾਨ ਆਗੂ ਦੱਸਣਗੇ, ਬਾਕੀ ਸਾਨੂੰ ਪਤਾ ਵੀ ਅਸੀਂ ਮੋਦੀ ਨੂੰ ਝੁਕਾ ਕੇ ਜਾਣਾ, ਤੇ ਸਿਰਫ ਝੁਕਾ ਕੇ ਜਾਣਾ। ਉਨੀ ਦੇਰ ਅਸੀਂ ਜਾਂਦੇ ਹੀ ਨਹੀਂ। ਪੰਜੇ ਪਾਸੇ ਦਿੱਲੀ ਬੰਦ ਆ, ਇਧਰੋਂ ਬੰਦ ਆ, ਉਧਰੋਂ ਬੰਦ, ਅਸੀਂ ਜਾਂਦੇ ਹੀ ਨਹੀਂ। ਬੈਠਕ ਕਰਦੇ ਆ, ਕਿਸਾਨ ਆਗੂ ਕਰਦੇ ਆ, ਮੋਦੀ ਅਸੀਂ ਝੁਕਾਉਣਾ, ਬਸ ਇੰਨਾ ਪਤਾ। ਅੜੇ ਸੋ ਖੜੇ ਚਿੜੀਆਂ ਨਾਲ ਮੈਂ ਬਾਜ ਲਵਾਂ, ਲੜਾਵਾਂ ਤਾਂ ਵੀ ਗੋਬਿੰਦ ਨਾਮ ਕਹਾਵਾਂ। ਅਸੀਂ ਗੋਬਿੰਦ ਸਿੰਘ ਦੇ ਪੁੱਤਰ ਆ, ਐਦਾਂ ਨਹੀਂ ਜਾਂਦੇ। ਮੋਦੀ ਦੀਆਂ ਗੋਲੀਆਂ ਲਵਾ ਕੇ ਜਾਵਾਂਗੇ। ਤੁਸੀਂ ਕਿੱਥੋਂ ਆਏ ਹੋ? ਅਸੀਂ ਵੀ ਹਰਿਆਣੇ ਤੋਂ ਆਏ। ਹਰਿਆਣੇ ਤੋਂ ਆਏ। ਖੱਟੜ ਸਰਕਾਰ, ਤੁਹਾਡੀ ਮੁੱਖ ਮੰਤਰੀ ਖੱਟੜ ਸਾਹਿਬ ਕਹਿੰਦੇ ਨੇ ਹਰਿਆਣੇ ਦੇ ਤਾਂ ਕਿਸਾਨ ਗਏ ਹੀ ਨਹੀਂ ਦਿੱਲੀ। किसान जानते हैं तो किसान जाने नहीं देंगे ना दिल्ली। अच्छा, दिल्ली जाने देंगे तो गल बनेगी ना।
तो दिल्ली जाने ही नहीं दे रहे तो तय ਨਹੀਂ ਕਹਿੰਦੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਇਹ ਤਾਂ ਪੰਜਾਬ ਦੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਹਰਿਆਣਾ ਦੇ ਤਾਂ ਇੱਥੇ ਆਏ ਨੇ। ਕੀ ਕਹਿਣਾ ਚਾਹੋਗੇ ਆਪਦੇ ਮੁੱਖ ਮੰਤਰੀ ਨੂੰ? ਇਹ ਤਾਂ ਉਹਨਾਂ ਦੀ ਗਲਤ ਬਾਤ ਹੈ ਨਾ, आना चाहिए उन्होंने साथ मिलना चाहिए, गरीब आदमी जनता भी कोई भी है मजदूर भी है साथ लेना चाहिए। ਸੋ ਹੋਰ ਵੀ ਜਿਹੜੇ ਭਰਾ ਹੈਗੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਆਏ ਹੋ? ਅਸੀਂ ਕਪੂਰਥਲਾ ਜ਼ਿਲ੍ਹਾ ਜੀ। ਕਪੂਰਥਲਾ ਤੋਂ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ? ਅਸੀਂ 27 ਤਰੀਕ ਨੂੰ ਇੱਥੇ ਆਏ ਜੀ। ਅੱਛਾ 27 ਤਰੀਕ ਨੂੰ ਆਏ ਹੋ। 27 ਤਰੀਕ ਤੋਂ ਹੁਣ ਤੱਕ ਦੇ ਜਿਹੜੇ 6-7 ਦਿਨ ਹੈਗੇ ਨੇ ਉਹਨਾਂ ਦੇ ਵਿੱਚ ਤੁਸੀਂ ਕੀ ਬਦਲਾਅ ਦੇਖਿਆ? ਕਿੰਨਾ ਕੁ ਅਸਰ ਇੰਨੇ ਦਿਨ ਦੇ ਧਰਨੇ ਦਾ ਨਿਕਲਿਆ? ਅਸਰ ਸਾਡਾ ਇਸ ਤਰ੍ਹਾਂ ਦਾ ਆ ਵੀ ਜਿਹੜਾ ਕਹਿੰਦਾ ਸੀ ਮੈਂ 3 ਤਰੀਕ ਨੂੰ ਵੀ ਟਾਈਮ ਵਿਚਾਰ ਕੇ ਦਊਂਗਾ, ਹੈਗਾ ਕਿ ਨਹੀਂ ਹੈਗਾ, ਅੱਜ ਬਿਨਾਂ ਦਿੱਤਿਆ ਟਾਈਮ 1 ਤਰੀਕ ਨੂੰ ਦੇਤਾ। ਇਹ ਤਾਂ ਦਬਾਅ ਉੱਤੇ ਬਣਿਆ। ਬਾਕੀ ਸਾਡੇ ਉਦੋਂ ਤੋਂ ਜਿਹੜਾ ਬਦਲਾਅ ਆ, ਰਾਜਸਥਾਨ ਤੋਂ ਬੀਬੀਆਂ ਟਰੈਕਟਰ ਲੈ ਕੇ ਤੁਰੀਆਂ ਆਉਂਦੀਆਂ, ਯੂਪੀ ਵਾਲੇ ਕਿਸਾਨ ਇਸ ਮੋਰਚੇ ਤੇ ਆ ਕੇ ਬਹਿ ਗਏ ਆ, ਤੇ ਉਧਰੋਂ ਆਪਣੇ ਹਿਮਾਚਲ ਦੇ ਵੀ ਆਏ ਹੋਏ ਆ, ਕਰਨਾਟਕਾ ਵਾਲੀ ਸਾਈਡ ਤੋਂ, ਬੰਗਾਲ ਸਾਈਡ ਤੋਂ ਸਭ ਆ ਰਹੇ ਆ। ਬਦਲਾਅ ਤੇ ਰੋਜ਼ ਜਿੱਦਾਂ ਪਹਿਲਾਂ ਆਏ ਸੀ ਉਦੋਂ ਬਜ਼ੁਰਗ ਨਾਲ ਸੀ, ਅੱਜ ਨੌਜਵਾਨ ਪੀੜ੍ਹੀ ਨਵੀਂ ਆ ਰਹੀ ਸਾਰੀ। ਠੀਕ ਹੈ। ਤੇ ਪਿੱਛੇ ਪਿੰਡਾਂ ਦੇ ਵਿੱਚ ਮਾਹੌਲ ਇਦਾਂ ਦਾ ਆ ਵੀ ਸਾਡੇ ਬੰਦੇ ਜਿੱਦਾਂ ਅਸੀਂ ਵਿਆਹ ਆਏ ਹੋਏ ਨੇ, ਪਿੰਨੀਆਂ ਬਣਦੀਆਂ ਘਰਾਂ ਦੇ ਵਿੱਚ, ਬੇਸਣ ਬਣ ਕੇ ਤਿਆਰ ਹੋ ਰਿਹਾ ਵੀ ਉੱਥੇ ਮੋਰਚੇ ਵਿੱਚ ਦੇ ਕੇ ਆਉਣੇ। ਪਿੱਛੇ ਕੰਬਲਾਂ ਦੇ ਕਾਫੀ ਬੰਡਲ ਲੈ ਕੇ ਰੱਖੇ ਹੋਏ ਤਿਆਰ ਵੀ ਮੋਰਚਾ ਜਿੱਤ ਕੇ ਮੁੜਨਾ ਹੈ। ਇਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਆ, ਮੋਰਚਾ ਜਿੱਤ ਕੇ ਮੁੜਨਾ ਹੈ। ਸੋ ਤੁਹਾਡਾ ਕੀ ਨਾਮ ਤੇ ਕਿੱਥੋਂ ਆਏ ਤੁਸੀਂ? ਇਹ ਕਰਪੂਰਥਲਾ ਹੈ, ਮੈਂ ਜਗਦੀਪ ਸਿੰਘ, ਕਬੱਡੀ ਖਿਡਾਰੀ ਹਾਂ ਸਾਬਕਾ ਜੀ। ਠੀਕ ਹੈ, ਕਬੱਡੀ ਖਿਡਾਰੀ। ਤੇ ਇੱਥੇ ਪੂਰਾ ਜੋਸ਼ ਕਾਇਮ। ਇੱਥੇ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਕਬੱਡੀ ਦੇ ਹਮੇਸ਼ਾ ਇਹ ਤੁਹਾਨੂੰ ਰਿਹਾ ਹੋਣਾ ਕਿ ਮੈਚ ਜਿੱਤ ਕੇ ਜਾਣਾ ਹੈ, ਇੱਥੇ ਆ ਕੇ ਕੀ ਮਹਿਸੂਸ ਕਰ ਰਹੇ ਹੋ? ਕੇਂਦਰ ਸਰਕਾਰ ਨੂੰ ਹਰਾ ਸਕੋਗੇ? ਹਾਂ, ਹਰੀ ਪਈ ਆ ਕੇਂਦਰ ਸਰਕਾਰ ਦੇ ਜੀ। ਅੱਗੇ ਕਹਿੰਦੀ ਸੀ ਵੀ ਤੁਸੀਂ ਕੱਲ ਪਰਸੋਂ ਸ਼ਰਤਾਂ ਲਾਉਂਦੇ ਵੀ ਉੱਥੇ ਆਓ ਮੈਦਾਨ 'ਚ, ਅੱਜ ਫੇਰ ਹੁਣ ਇੱਥੇ ਆ, ਹੁਣ ਆਪੇ ਸ਼ਰਤਾਂ ਰੱਖਿਓ। ਉਹ ਤੇ ਹਰੀ ਪਈ ਆ, ਡਰੀ ਪਈ ਆ ਉਹਦੇ। ਹਲੇ ਸਾਡੇ ਸਿੰਘ ਆ ਰਹੇ ਮਗਰ ਬਹੁਤ। ਅੱਜ ਪੰਜਾਬ ਦੇ ਵਿੱਚੋਂ 2000 ਘੋੜਸਵਾਰ, 20000 ਸਿੰਘ ਇਕੱਠੇ ਹੋ ਕੇ ਆ ਰਹੇ ਆ ਜੀ। 20,000 ਸਿੰਘ ਹੋਰ ਆ रहे हैं। गुरु की लाडली फौज। जी जी जी। ये गुरु गोबिंद सिंह जो लाडली फौज होती है, जो पूरी वर्दी में होती है, जी जी। वो 2000 घोड़ा ते 20000 नाल सिंह आ रहे हैं जी। पूरी ਮੋਦੀ ਸਾਹਿਬ ਵਾਰ-ਵਾਰ ਇੱਕ ਗੱਲ ਆਖੀ ਆ ਰਹੇ ਨੇ ਕਿ ਜਿਹੜੇ ਅਸੀਂ ਖੇਤੀ ਦੇ ਕਾਨੂੰਨ ਲਿਆਏ ਆ, ਇਹਨਾਂ ਨਾਲ ਕਿਸਾਨਾਂ ਨੂੰ ਬੜਾ ਫਾਇਦਾ ਹੋਣ ਵਾਲਾ ਹੈ, ਉਹਨਾਂ ਦੀ ਪੈਸਿਆਂ ਦੇ ਨਾਲ ਝੋਲੀਆਂ ਭਰ ਜਾਣਗੀਆਂ। ਇਹ ਜਵਾਬ ਮੈਂ ਤੁਸੀਂ ਦੇ ਦਿਓ ਜਵਾਬ। ਇਹ ਜਵਾਬ ਇਦਾਂ ਸੀਗਾ ਵੀ ਅੱਗੇ ਆਪਾਂ ਨੂੰ ਨੋਟਬੰਦੀ 'ਚ ਕਿੰਨਾ ਫਾਇਦਾ ਹੋਇਆ ਸੀਗਾ, ਉਹ ਤੋਂ ਬਾਅਦ GST ਲੱਗਾ, ਆਪਾਂ ਨੂੰ ਕੀ ਫਾਇਦਾ ਹੋਇਆ? ਉਹੋ ਜਿਹਾ ਹੀ ਕਾਨੂੰਨ ਜੁਮਲਾ ਆ। ਇਹ ਫਾਇਦੇ ਵਾਲੀ ਗੱਲ ਨਹੀਂ ਕੋਈ ਵੀ, ਇਹ ਘਾਟੇ ਵਾਲੀ ਗੱਲ ਆ। ਬਾਕੀ ਅਸੀਂ ਜੰਮੇ ਦਾਦਿਓਂ ਬਾਬਿਓਂ ਅਸੀਂ ਕਿਸਾਨ ਚੱਲੇ ਆਉਨੇ ਆ, ਇਹਨੂੰ ਸਾਡਾ ਫਿਕਰ ਕਿਤਾ ਇੰਨੀ ਛੇਤੀ ਹੋ ਗਿਆ? ਜਿੱਥੇ ਆਪਾਂ ਦੇਖਦੇ ਰੇਲਵੇ ਵੇਚਤੀ ਇਹਨੇ, ਸਾਰੀਆਂ ਕੰਪਨੀਆਂ ਇਹ ਪ੍ਰਾਈਵੇਟ ਕਰੀ ਜਾਂਦਾ, ਤੇ ਅੱਜ ਸਾਨੂੰ ਉਸ ਘਰਾਣਿਆਂ ਦੇ ਥਰੂ ਵੇਚਣ ਲੱਗਾ ਆ। ਇਹ ਸਾਨੂੰ ਗੁੰਮਰਾਹ ਕਰਦਾ। ਜਿੰਨੀ ਵਾਰ ਇਲੈਕਸ਼ਨ ਜਿੱਤੀ ਇਹਨੇ ਗੁੰਮਰਾਹ ਕਰਕੇ ਇਹਨੇ ਪਹਿਲਾਂ ਕਿਹਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਤੇ ਮੈਨੂੰ ਵੋਟਾਂ ਪਾਓ, ਹਜੇ ਤੱਕ ਲਾਗੂ ਨਹੀਂ ਹੋਈ ਉਹ। ਜਿਹਦੇ ਨਾਲ ਕੋਈ 700-7500 ਰੁਪਇਆ ਕਣਕ ਦਾ ਰੇਟ ਬਣਦਾ, ਉਹਦਾ ਸਾਨੂੰ 2000 ਮਿਲਦਾ। ਠੀਕ ਹੈ। ਇਹ ਸਾਨੂੰ ਖਰਾਬ ਕਰਦੇ ਆ। ਸਾਡੇ ਜ਼ਿਮੀਂਦਾਰ ਭੋਲੇ ਭਾਲੇ ਸੀਗੇ, ਚੁੱਪ ਕਰਕੇ ਬੈਠੇ ਸੀ, ਆਪਦਾ ਪੁੱਤਾ ਸਾਰੀ ਜਾਂਦੇ ਸੀ। ਹੁਣ ਜੋ ਜ਼ਮੀਨ ਤੇ ਗੱਲ ਆ ਗਈ, ਤੇ ਜ਼ਮੀਨ ਜੱਟ ਦੀ ਮਾਂ ਹੁੰਦੀ ਆ। ਜੱਟ ਦਾ ਜ਼ਮੀਨ ਬਿਨਾਂ ਅਮਲੀ ਦਾ ਫੀਮ ਬਿਨਾਂ ਇਹ ਨਹੀਂ ਨਾ ਸਰਦਾ ਕਹਿੰਦੇ ਹੁੰਦੇ ਜੀ। ਇਹ ਉਹ ਚੀਜ਼ ਆ, ਸਾਡਾ ਜ਼ਮੀਨ ਤੋਂ ਬਿਨਾਂ ਸਰਦਾ ਨਹੀਂ। ਜੱਟ ਭਰਾ ਨੂੰ ਵੱਢ ਲੈਂਦਾ ਬੰਨੇ ਤੇ ਹੀ। ਇਹ ਕਹਿੰਦਾ ਸਾਡੀਆਂ ਜ਼ਮੀਨਾਂ ਦੇ ਦੂਗਾ, ਇਹ ਇਦਾਂ ਨਹੀਂ ਕਰ ਸਕਦਾ। ਅਸੀਂ ਸ਼ਾਂਤਮਈ ਚੱਲ ਰਹੇ ਹਾਂ। ਜਿੰਨਾ ਚਿਰ ਸ਼ਾਂਤ ਰਹਿਣਗੇ ਮੋਰੇ, ਉਹਨਾਂ ਚਿਰ ਸ਼ਾਂਤ ਚੱਲਾਂਗੇ। ਅੱਗੇ ਫਿਰ ਕਲਗੀਧਰ ਪਾਤਸ਼ਾਹ ਦਾ ਹੁਕਮ ਕੀਤਾ ਆ, ਜਦੋਂ ਅਪੀਲ ਤੇ ਦਲੀਲ ਤੇ ਨਾ ਚੱਲੇ ਜੀ, ਉਦੋਂ ਫਿਰ ਹੱਥ ਮੁੱਠੇ ਹੀ ਤਲਵਾਰ ਤੇ ਵੀ ਆ ਜਾਂਦਾ। ਉਹ ਖਾਲਸਾ ਪਹਿਲਾਂ ਆਉਂਦਾ ਰਿਹਾ ਆ। ਇਹ ਸਾਡੀਆਂ ਬੇਨਤੀਆਂ ਆ ਵੀ ਇਹ ਪਿਆਰ ਨਾ ਆ ਜਾਵੇ, ਤੇ ਅਸੀਂ ਕੋਈ ਕਹਿਣਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਵੀ ਇਦਾਂ ਹੀ ਅਸੀਂ ਆਏ ਹੋਏ ਆ। ਇਹ ਐਲਾਨ ਕਰੇ, ਬਿੱਲ ਰੱਦ ਕਰੇ, ਖੁਦ ਮੁਖਤਿਆਰੀ ਸਾਡੀ ਅਸੀਂ ਮੰਗਦੇ ਆ, ਉਹ ਅਸੀਂ ਲੈਣੀ ਆ। ਜਿਵੇਂ ਜਿਵੇਂ ਦੇਈ ਜਾਣਗੇ ਉਹ ਚੀਜ਼ਾਂ ਲੈ ਚੱਲਣੀਆਂ ਆਪਾਂ ਸਾਰੀਆਂ। ਹੁਣ ਇਹ ਹੋਰ ਕੀ ਵਗੈਰਾ ਦੇਣ ਨੂੰ ਚਾਹੁੰਦੇ ਆ ਜੀ ਜੀ। ਇਹ ਆਪਾਂ ਸੁਣਦੇ ਹੀ ਆ ਵੀ ਬੋਲਦੇ ਆ ਕਈਆਂ ਥਾਵਾਂ ਤੇ ਖਾਲਿਸਤਾਨੀ ਆ ਗਏ ਆ, ਅਜੇ ਮੰਗਿਆ ਨਹੀਂ। ਜੇ ਇਹਨਾਂ ਨੇ ਇਹੋ ਗਲਤ ਕੀਤੀ ਤੇ ਚਲੋ ਖੈਰ ਉਹ ਮਾਰ ਕਿਰਪਾ ਕਰੇ ਕਲਗੀਧਰ ਪਾਤਸ਼ਾਹ, ਕਰੇ ਉਹ ਵੀ ਬਣ ਜਾਵੇ। ਵੀ ਇਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ, ਅਸੀਂ ਇਕੱਠੇ ਰਹਿਣਾ ਚਾਹੁੰਦੇ ਆ, ਅਸੀਂ ਭਾਰਤੀ ਆ। ਇਹ ਰਲ ਕੇ ਸਾਡੇ ਨਾਲ ਸਾਡੇ ਹੱਕ ਸਾਨੂੰ ਦੇਣ। ਅਸੀਂ ਮੰਗਤੇ ਬਣ ਕੇ ਨਹੀਂ ਅੱਜ ਆਏ ਹੋਏ, ਅੱਜ ਅਸੀਂ ਹੱਕ ਲੈਣ ਆਏ ਹੋਏ ਆ ਤੇ ਲੈ ਕੇ ਜਾਣੇ ਆ। ਇਹ ਜੇ ਅੜ ਕੇ ਦੇਣੇ ਆ ਅੜ ਕੇ ਲੈ ਲਾਂਗੇ, ਜੇ ਇੱਦਾਂ ਦੇ ਦਿੰਦੇ ਆ ਤਾਂ ਵਧੀਆ ਗੱਲ। ਸੋ ਤੁਸੀਂ ਸੁਣਿਆ ਕਿ ਕਿਸਾਨ ਭਰਾਵਾਂ ਦਾ ਕਹਿਣਾ ਹੈ ਆਏ ਨੇ ਇੱਥੇ ਸ਼ਾਂਤੀਪੂਰਨ ਢੰਗ ਨਾਲ ਉਹ ਆਪਣੇ ਹੱਕ ਲੈਣਾ ਚਾਹੁੰਦੇ ਨੇ। ਭਾਰਤ ਦੇ ਨਾਗਰਿਕ ਨੇ, ਉਹ ਆਪਣੇ ਹੱਕ ਮੰਗਣ ਲਈ ਇੱਥੇ ਸੰਘਰਸ਼ ਕਰ ਰਹੇ ਨੇ। ਇੱਕ ਤਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਏ, ਦੂਜਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਿਆਰ ਨਾਲ ਹੱਕ ਦੇ ਦਿੱਤੇ ਜਾਣ। ਜੇ ਅੱਗੋਂ ਸਰਕਾਰ ਅੜਦੀ ਹੈ ਤਾਂ ਉਹ ਵੀ ਅੜਨਗੇ। ਇਸ ਕਰਕੇ ਉਹਨਾਂ ਦੀ ਅਪੀਲ ਹੈਗੀ ਹੈ ਕਿ ਛੇਤੀ ਤੋਂ ਛੇਤੀ ਕੇਂਦਰ ਸਰਕਾਰ ਮਸਲੇ ਦਾ ਹੱਲ ਲੱਭੇ। ਹੋਰ ਵੀ
ਇੱਥੋਂ ਦੇ ਜਿਹੜੇ ਲੋਕ ਆਏ ਨੇ ਕਿਸਾਨ ਭਰਾ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਆਓ ਚੱਲਦੇ ਹਾਂ। ਹੋਰ ਬਾਬਾ ਜੀ ਠੀਕ ਹੋ? ਹਾਂਜੀ ਹਾਂਜੀ ਮੈਂ ਠੀਕ ਹੈ ਜੀ। ਕਿੰਨੀ ਕੁ ਦੇਰ ਤੋਂ ਲਾਈ ਵੀ ਸੇਵਾ? ਇਹ ਸੇਵਾ ਜੀ 25 ਤਰੀਕ ਦਾ ਚੱਲਦਾ ਲੰਗਰ ਬਾਈ ਜੀ। 25 ਤਰੀਕ ਦਾ। ਹਾਂਜੀ ਆਹ ਕੁਝ ਹੀ ਬਣਦਾ। ਠੀਕ ਹੈ। ਸਾਰੇ ਕਿੱਥੋਂ ਆਏ ਤੁਸੀਂ? ਅਜੇ ਵੱਡੇ ਰੌਕੇ ਕਲਾ। ਕਿੱਥੇ ਪੈਂਦਾ ਪਿੰਡ? ਇਹ ਜੀ ਮੋਗੇ ਕੋਲੇ ਆ ਜੀ, ਬੱਧਨੀ ਕੋਲੇ। ਅੱਛਾ ਅੱਛਾ। ਹਾਂਜੀ। ਤੇ ਕਿੰਨਾ ਕੁ ਰਾਸ਼ਨ ਲੈ ਕੇ ਆਏ ਹੋ ਨਾਲ? ਰਾਸ਼ਨ ਜੀ 6 ਮਹੀਨੇ ਦੇ ਲਏ ਬਾਈ ਜੀ ਨਾਲ। ਅੱਛਾ ਅੱਛਾ ਜੀ। ਤੇ ਹੋਰ ਤੁਰਿਆ ਆਉਂਦਾ ਮਗਰ ਲਈ ਆਉਂਦੇ ਆ। ਆ ਭਰਾ ਨੇੜੇ ਨੇੜੇ ਜਿਹੜੇ ਲੰਗਰ ਵਾਲੇ ਆ, ਇਹ ਬਹੁਤ ਸੰਯੋਗ ਆ ਇਹਨਾਂ ਦਾ। ਜੀ ਜੀ। ਇਹ ਸਮਾਨ ਲਿਆ ਕੇ ਦੇਈ ਜਾਂਦੇ ਬਣਾ ਬਣਾ, ਸੰਗਤ ਨੂੰ ਸਿਖਾਈ ਜਾਂਦੇ ਜੀ। ਤੇ ਲੰਗਰ ਦੀਆਂ ਤਸਵੀਰਾਂ ਭਰਾ ਮੇਰੇ ਲੰਗਰ ਵੀ ਤਿਆਰ ਕਰ ਰਹੇ ਨੇ। ਇੱਥੇ ਰਾਸ਼ਨ ਦੀ ਕੋਈ ਕਮੀ ਨਹੀਂ ਹੈਗੀ। ਪੂਰਾ ਜੋਸ਼ ਉਤਸ਼ਾਹ ਉਹਨਾਂ ਦੇ ਵਿੱਚ ਹੈਗਾ। ਬੇਸ਼ੱਕ 7-8 ਦਿਨ ਹੋ ਚੁੱਕੇ ਨੇ, ਪਰ ਉਤਸ਼ਾਹ ਤੇ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਆਈ। ਜੈਕਾਰੇ ਛੱਡੇ ਜਾ ਰਹੇ ਨੇ। ਕਿਤੇ ਖੀਰ ਦਾ ਲੰਗਰ ਚੱਲ ਰਿਹਾ ਹੈ, ਕਿਤੇ ਕੇਲਿਆਂ ਦਾ ਲੰਗਰ ਚੱਲ ਰਿਹਾ ਹੈ, ਕਿਤੇ ਲੱਸੀ, ਕਿਤੇ ਦੁੱਧ ਦਾ ਲੰਗਰ ਚੱਲ ਰਿਹਾ ਹੈ ਤੇ ਖਾਣ ਪੀਣ ਦੀ ਇੱਥੇ ਕੋਈ ਕਮੀ ਨਹੀਂ ਹੈਗੀ। ਸੋ ਜੇ ਸਰਕਾਰਾਂ ਇਹ ਸਮਝਦੀਆਂ ਸੀ ਕਿ ਇਹਨਾਂ ਨੂੰ ਖਾਣ ਪੀਣ ਦਾ ਸਮਾਨ ਨਹੀਂ ਮਿਲੇਗਾ ਤਾਂ ਇੱਥੇ ਇਹਨਾਂ ਦਾ ਅੰਦੋਲਨ ਕਮਜ਼ੋਰ ਪੈ ਜਾਏਗਾ, ਪਰ ਕਿਸਾਨ ਰਾਸ਼ਨ ਨਾਲ ਲੈ ਕੇ ਆਏ ਨੇ ਕਿਉਂਕਿ ਇਹ ਦੇਸ਼ ਦੇ ਅੰਨਦਾਤਾ ਨੇ ਤੇ ਇਹਨਾਂ ਨੂੰ ਪਤਾ ਹੈ ਕਿ ਦੇਸ਼ ਦਾ ਢਿੱਡ ਅਸੀਂ ਕਿਵੇਂ ਭਰਨਾ ਹੈ। ਇੱਥੇ ਆਪ ਹੀ ਰੋਟੀ ਨਹੀਂ ਖਾਉਂਦੇ, ਹੋਰ ਸੰਗਤਾਂ ਨੂੰ ਵੀ ਖਵਾਉਂਦੇ ਨੇ। ਇੱਕ ਚੰਗੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਹਰਿਆਣਾ ਤੇ ਦਿੱਲੀ ਦੇ ਲੋਕ ਹੈਗੇ ਨੇ ਉਹ ਵੀ ਕਿਸਾਨ ਭਰਾਵਾਂ ਲਈ ਖੁੱਲੇ ਦਰਵਾਜ਼ੇ ਉਹਨਾਂ ਨੇ ਕੀਤੇ ਨੇ। ਦਿਲ ਖੋਲ ਕੇ ਉਹ ਵੀ ਇਹਨਾਂ ਲਈ ਲੰਗਰ ਲਾ ਰਹੇ ਨੇ। ਜਿਹੜੀਆਂ ਵੀ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਨੇ ਉਹ ਸਹੂਲਤਾਂ ਵੀ ਇਹਨਾਂ ਤੱਕ ਪਹੁੰਚਾ ਰਹੇ ਨੇ। ਸੋ ਹੁਣ ਖਾਵਾਂਗੇ ਖੀਰ, ਸਵਾਦ ਲੈਣੇ ਆ। ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਸੋ ਰਾਜਸਥਾਨੀ ਕਿਸਾਨ ਵੀ ਦਿੱਲੀ ਅੰਦੋਲਨ ਦੇ ਵਿੱਚ ਪੁੱਜੇ ਹੋਏ ਨੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਅੰਦੋਲਨ ਨੂੰ ਕਿਵੇਂ ਦੇਖਦੇ ਨੇ। ਤੁਹਾਡਾ ਕੀ ਨਾਮ ਜੀ? मेरा नाम पाले खान। क्या काम करते हो, कहाँ से आए हो? मैं किसान हूँ राजस्थान का। ठीक है जी। और मोदी जी ये वापिस आपका जो 3 दिया है वो ले लो वापिस। और नहीं लेंगे मोदी जी तो जैसे दुनिया का हाल है वो भी आपका हाल हो जाएगा। ये मत कीजिए। जो किसान हमारे पेट भरते हैं गरीब दे और गरीब की सहायता करते हैं। पंजाब हरियाणा जो किसान राजस्थान का वो हमारे सब एक है। और मोदी जी आपका जो परेशान करे वो वापिस ले लो। जैसे हम जीवे हमको जीने दो और आप ही जियो, आप ही जियो और इसमें कोई फायदा नहीं है। और हम गरीब बंदे का पेट पालते हैं और सब्जी ये बनाते हैं, गेहूँ पैदा ये करते हैं, हमारे बच्चे ये पालते हैं और आप इनसे हम नुंगरा कैसे हो जाए। और आप मोदी जी वापिस ले लो, ठीक रहेगा। नितर पर मोदी जी जैसे दुनिया का हाल हुआ फिर आपका ये हाल होगा, क्या फायदा देखेंगे। ये तो होना ही होना। मोदी जी बड़े अड़ियल हैं। मोदी जी बड़े अड़ियल हैं, ये सब जानते हैं। जो फैसला ले लेते हैं उससे पीछे नहीं हटते। आपको क्या लगता है कि अगर किसान ऐसे ही धरना देते रहे क्या मोदी जी झुकेंगे? मोदी जी नहीं, बिल्कुल झुकेंगे। मोदी जी एकदम झुकना पड़ेगा। अगर ना झुके तो? ना झुकेगा तो हम लोग नागरिक हैं, हम लोग हिंदुस्तान के नागरिक हिंदुस्तान ही मरेंगे और इसी जमीन पे मरेंगे। ये जमीन हमारी माता है, ये हमारी माता जमीन है, हम छोड़ेंगे नहीं। क्या नाम आपका? सागर नाम है जी मेरा, सोनीपत से हूँ और मैं बाहर गया हुआ था। पता लगा मेरे को बिल्कुल तन मन धन से साथ खड़े अपने बुजुर्गों के साथ। हालांकि हम खेती नहीं करते, हमारे बाप हमारे दादा सब खेती करते थे। हमारा सौभाग्य ये आंदोलन यहाँ से शुरू हुआ, हमें मौका मिला सेवा करने का, आंदोलन को आगे ले जाने का। अगर सरकार नहीं झुकती है, अगर सरकार नहीं झुकती है तो ये हरियाणा है 10 साल बैठ जाएंगे, 15 साल बैठ, सरकार बदलने का मौका तो आएगा हमारे पास, तब तक भी बैठ जाएंगे हम। और इस आंदोलन को इतिहास का, दुनिया के इतिहास का सबसे बड़ा आंदोलन बना के छोड़ेंगे। बोलो किसान एकता, किसान एकता, मोदी सरकार, मोदी सरकार, आपसी भाईचारा। क्या बात है, आपसी भारत माता की जय, भारत माता की जय, वंदे मातरम, वंदे मातरम। सो मैं ਤੁਹਾਡੇ ਤੋਂ ਇਹ ਵੀ जानना चाहूँगा हाँ जी बिल्कुल कि हरियाणा सरकार के जो मुख्यमंत्री हैं मनोहर लाल खट्टर, जी बिल्कुल, वो बार बार एक बात कह रहे हैं कि जो दिल्ली में बैठे हैं वो पंजाब के किसान हैं, हरियाणा के किसान नहीं हैं। इस बात का मैं जवाब देना चाहता हूँ। एक मिनट, इस बात का मैं जवाब देना चाहता हूँ। ये राजस्थान से आए हैं तो इनको बोल देंगे ये एनआरसी और CAA के प्रोटेस्ट में इकट्ठे हो रहे हैं। ठीक है, अभी मैंने देखा बीजेपी के कुछ मंत्री बोल रहे हैं कि ये सारा मतलब राजा जी ने कराया है, पंजाब में उनकी सरकार है, उन्होंने किसानों को चलते कर दिया। ऐसा बिल्कुल भी नहीं है। राजा जी बहुत बड़ी आदमी है, वो
किसान की अहमियत समझते हैं और साथ दे रहे हैं। जिस पॉलिटिशियन को देना है साथ दो, वरना मत दो, रोटी मत सेको, ठीक है? कोई रोटी नहीं सेकेगा। यह हमारे हक की लड़ाई है, वजूद की लड़ाई है, एग्जिस्टेंस की लड़ाई है, और यह लड़ाई हम जीतेंगे। सारी दुनिया ने बता कर होंगे आज के टाइम इंडिया में, इंडिया की कैपिटल दिल्ली में क्या हो रहा है। हम शांतिपूर्वक आंदोलन करने आए हैं, कोई लड़ाई नहीं, कोई झगड़ा नहीं, कोई अपद्र भाषा नहीं, कुछ नहीं। हक की लड़ाई है, साफ स्पष्ट हक मांग रहे हैं। कहीं हम नहीं चाहते हमारे नेता या वो बोल रहे हैं कि 5 आदमी चाहिए, 10 आदमी चाहिए, मीटिंग करेंगे। मीटिंग होगी जैसे मोदी जी ने चुनावी रैली की है ना, वहाँ स्टेज लगाओ, हमारे सभी किसानों के सामने बैठ के बातचीत होगी और तब डिसीजन लिया जाएगा। अगर डिसीजन हमारे फेवर में है, आज तक ना इतने दबे हुए थे, तभी आंदोलन इतना बड़ा बना है। हर एक चीज में, हर एक चीज। इनसे अच्छे तो ब्रिटिशर्स थे। ब्रिटिशर्स एक लिमिट का टैक्स लेते थे, 30% कर ले लिया, 35 ले लिया। इनके हर एक चीज में गाड़ी का लोन मिलता है 10%, 8%, बेचारे 20% पे ट्रैक्टर लेंगे, कैसे काम चलेगा? टैक्स भरते हैं हम, उनकी मूर्ति बनवा देते हो। मूर्ति क्यों बनवा रहे हो? डेवलपमेंट ऐसे नहीं होगा। डेवलपमेंट जमीन से होगा। लोग खुश होंगे जब डेवलपमेंट होगा। हैप्पीनेस चाहिए, डेवलपमेंट नहीं चाहिए। जो डेवलपमेंट का तुमने वो बना रखा ना आईना, वो देश नहीं चाहिए हमें। और गोदी मीडिया सुन लो, ये भाई सारे बढ़िया काम कर रहे हैं, लेकिन जो गोदी मीडिया है, जो ये बड़े बड़े टीवी चैनल बैठे हैं ना, ये हम सबको पता चल चुका है। आप इनकी बातों को हमारे सामने बड़ा चढ़ा के मत दिखाओ, मैनिपुलेट मत करो, लोगों को बकाओ मत। हमें असलियत पता चल चुकी है इन नेताओं की, बड़ों की। अभी शाम को अम्बाड़ा में रतन लाल कटारिया ने पता क्या बयान दिया है? हमारे किसान भाइयों ने, उनका कोई प्रोग्राम था तो वो चले गए प्रोग्राम में, रतन लाल कटारिया जी। तो हमारे किसान भाई, अब आंदोलन तो छिड़ गया, तो जिस पे जितना होता है वो सब कर रहे हैं। ये इतने बुजुर्ग, माताएं, बहनें, भाई, इतने बुजुर्ग, सब छोटे बड़े बच्चे भी आए हुए हैं, छोटे छोटे बच्चे भी आए हुए हैं। हाथ जोड़ के विनती है आदरणीय प्रधानमंत्री जी, प्लीज प्लीज हमारे देश की सिचुएशन ने देख लो। बाहर देश आगे टूर छोड़ के उड़े इमेज ना, जब हम आंदोलन करेंगे वह जितनी इमेज बनाई है सारी का नाश हो जाएगा। हम नहीं चाहते हमारे इंडिया ने दुनिया गलत नजर से देखा है। आपने बढ़िया डिसीजन लिए हैं, हमने सराहा है, लेकिन यहाँ आपको देखना पड़ेगा। ये किसान, ये देखो, इनके ऊपर लाठीचार्ज कर रहे हो, शर्म नहीं आती आपको? ऐसे काम नहीं चलेगा कभी भी। हाँ जी, बोलो। नौजवान ਤੁਸੀਂ ਦੇਖਾ ਕਿ ਕਿੰਨੇ ਨਿਰਾਸ਼ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਕੰਮ ਹੁੰਦਾ ਹੈ ਡਿਵੈਲਪਮੈਂਟ ਕਰਨਾ, ਪਰ ਮੂਰਤੀਆਂ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਨੇ, ਅਰਬਾਂ ਰੁਪਏ ਖਰਚੇ ਜਾ ਰਹੇ ਨੇ। ਬਜ਼ੁਰਗ ਰਾਜਸਥਾਨ ਤੋਂ ਵੀ ਆਏ ਨੇ। ਇੱਕ ਮੰਡੀ ਇੱਕ ਦੇਸ਼ ਦੀ ਗੱਲ ਕੀਤੀ ਜਾਂਦੀ ਹੈ, मतलब कि मोदी सरकार के जोड़े खेती के कानून हैगे ने, वो ये कहते हैं कि कोई भी किसान किसी भी स्टेट के जाके फसल जी हैगी है वो बेच सकता है। लेकिन कल की होया कि हरियाणा जिथे खट्टर सरकार है, उन्होंने ही अपने जोड़े केंद्र के खेती कानून ने उन्होंने मनन तो इनकार करता। जो राजस्थान के किसान बाजरे की फसल लैके हरियाणा के वेचण लई पुजे तो अगों साफ इनकार करता कि असीं तुहाडी फसल नहीं खरीदांगे। मतलब जे तुसी मोदी सरकार दे अपनी सरकार दे ही कानून तुसी अपने सूबे दे विच लागू नहीं कर सकते, तो फिर तुसी दूजे पासे इन्हां कानूनां दी तारीफ क्यों करते जा रहे हो? राजस्थान तो जिहड़े नाल आए ने बजुर्ग, उन्हां नाल भी गलबात करांगे। राजस्थान के किसानां दी हालत बहुत ज़्यादा बदतर हैगी है। पंजाब के किसानां ते हरियाणा के किसान जिहड़े हैगे ने हमेशा अपने हक्की प्रोटेस्टां लई लड़दे रहिंदे ने। राजस्थान होर मध्य प्रदेश, यूपी तो भी स्टेटां तो किसान इत्थे आए ने। मैं आपसे ये जानना चाहता हूँ कि जैसे आप क्या चाहते हैं कि किसानों का फ़ायदा कैसे हो सकता है? मोदी जी को क्या करना चाहिए इसके लिए? हमारा फायदा वापस ले लो, आपका जो निर्माण लिया, ये कानून लिया, ये वापस ले लो। मैं बताता हूँ आपको क्या चाहिए, ठीक है? सो तुसी देखा है कि नौजवान जागरूक हो चुके हैं देश का। गोदी मीडिया के नाल नाराज़गी जरूर हैगी उन्हां दी, क्योंकि गोदी मीडिया इस अंदोलन नूं कवरेज नहीं कर रहा। जदों इत्थे किसान संघर्ष कर रहे ने, कई किसानां दी मौत भी हुई है इत्थे हादसिਆਂ ਦੇ ਵਿੱਚ, उस वेले भाजपा ਦੀਆਂ रैलियां नूं मोदी गोदी मीडिया कवर कर रहा सीगा। गोदी मीडिया उस वेले बीजेपी ਦੇ रैलियां नूं कवर कर रहा सीगा। दूजे पासे ये कहा जाता सी कि किसान दिल्ली ना आउण क्योंकि इत्थे कोरोना बहुत है। हैदराबाद दे विच चोण रैलियां होईयां, बिहार दे विच चोण रैलियां होईयां, कि उत्थे कोरोना नहीं सी? इस गल का जवाब भी गृह मंत्री नूं देना पेगा कि तुसीं बीजेपी वाले किहड़ा टीका ला के जांदे हो कि तुहानूं कोरोना नहीं हुंदा। तुहाडी रैलियां विच जिहड़े लोग आउंदे ने उन्हां नूं कोरोना नहीं हुंदा, जे दूजे पासे लोग अपने हक्कां नूं मंगदे ने ते उन्हां नूं कोरोना किवें हो जांदा है? सो नौजवान नाल गलबात करांगे कि कहना चाहुंदे हो? आज जो इंसिडेंट हुआ था अम्बाड़ा, उसकी बात कर रहा हूँ मैं। रतनलाल कटारिया जी केंद्रीय मंत्री हैं, ठीक है? किसान आंदोलन कर रहे हैं, उनको ना तो किसी ने स्याही फेंकी, ना किसी ने चप्पल फेंकी, ना किसी ने गाली दी, सिर्फ काले झंडे। काला झंडा होता है
मतलब प्रोटेस्ट का वो, ठीक है, वाइट होता है पीस के लिए। उन्होंने किसानों ने काले झंडे बोले, यहीं आगे मरना था क्या? ये शोभा नहीं देता। इससे अच्छा तो ना किसी 10वीं कक्षा जिसने पास कर रखी है उसको मंत्री बना दो, वो भी सोचेगा लोगों के बारे में। ऐसे काम नहीं चलेगा। अब दुष्यंत चौटाला जो हैं उन पर लगातार दबाव बनता जा रहा है कि वो भी इस्तीफा दें। आज एक आज़ाद विधायक ने इस्तीफा भी दिया है, वो किसानों के साथ आके खड़ा हो गया है। आपको क्या लगता है कि जो हरियाणा के किसान हैं वो दबाव बना सकेंगे सरकार पर कि उनको इस्तीफा देने के लिए मजबूर कर सकेंगे? मैं कहना चाहता हूं, जो भी हमारी सरकार, हरियाणा सरकार में जो भी विधायक या जो भी MP इनके डिसीजन से खुश नहीं है ना, वो अपना स्टैंड ले, यहाँ के किसानों का साथ दे। देर आए सवेर आए, लेकिन आए, साथ जरूर दे हमारा। अगर वो नहीं देते साथ तो आपका क्या कदम होगा अगला? वो साथ नहीं देते तो हमारा आंदोलन चलेगा, जब तक चलेगा, जब तक हम नहीं जीत नहीं जाते। हम यहाँ के लोग हैं, जमीन से जुड़े हुए, हमने हार मानना सीखा नहीं है, ना हार मानेंगे। ध्यान रखना, कभी ये सोचते 2-3 महीने का ढोकला, ये झूठ नहीं बोलते। झूठ आप बोलते हो 14 लाख दे देंगे, ये रोजगार दे देंगे, वो कर देंगे, ये कर देंगे। मैं हूँ पढ़ा लिखा, मेरे को 2 रोजगार, खेती करनी पड़ेगी, रोजगार नहीं मिलेगा तो क्या करेंगे मोदी जी? खेती करने के भी नहीं छोड़ते आप तो, कानून ऐसे बना दिए हमारे लिए। ट्रैक्टर इतना महंगा मिलता है, लोन 1 किले जमीन पे 2 लाख रुपए लोन मिलता है, और आपके इंडस्ट्रियलिस्ट इतने लाखों करोड़ों का लोन लेके बाहर भाग के चले जाते हैं। सो मैं ਤੁਹਾਨੂੰ ਦਿਖਾਣਾ ਚਾਹੁੰਦਾ ਕਿ ਬਜ਼ੁਰਗ ਸਾਡੇ ਨਾਲ ਨੇ, ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਹੈਗੇ ਨੇ। ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਦੇ ਬਜ਼ੁਰਗ ਨੌਜਵਾਨ, ਇੱਥੇ ਸਾਡੀਆਂ ਮਾਵਾਂ ਧੀਆਂ ਜੇ ਆਪਣੇ ਘਰ-ਬਾਰ ਛੱਡ ਕੇ ਇੱਥੇ ਆਈਆਂ ਨੇ ਤੇ ਇਟ ਮੀਨਸ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ। ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਹ ਆਪਣਾ ਹੱਕ ਮੰਗ ਰਹੇ ਨੇ, ਇਸ ਪਾਸੇ ਤੁਸੀਂ ਧਿਆਨ ਜੇ ਸਮੇਂ ਸਿਰ ਦਿੱਤਾ ਹੁੰਦਾ ਤੇ ਅੱਜ ਇਹ ਇੱਥੇ ਇਹਨਾਂ ਨੂੰ ਆਉਣ ਦੀ ਨੌਬਤ ਨਾ ਆਉਂਦੀ। ਲਗਾਤਾਰ 2 ਮਹੀਨਿਆਂ ਤੋਂ ਕਿਸਾਨ ਧਰਨੇ ਉੱਤੇ ਬੈਠੇ ਹੋਏ ਸੀ, ਸਮਾਂ ਮੰਗ ਰਹੇ ਸੀ ਗੱਲਬਾਤ ਦਾ, ਸਰਕਾਰਾਂ ਨੇ ਅਣਗੌਲਿਆ ਕਰਦੇ ਰਹੇ ਤੇ ਅੱਜ ਜਦੋਂ ਕਿਸਾਨ ਦਿੱਲੀ ਆ ਕੇ ਬੈਠ ਗਏ ਨੇ ਤੇ ਅੱਜ ਸਰਕਾਰਾਂ ਕਹਿੰਦੀਆਂ ਨੇ ਨਹੀਂ ਜੀ 3 ਤਰੀਕ ਨੂੰ ਨਹੀਂ, ਅੱਜ ਅਸੀਂ 1 ਤਰੀਕ ਨੂੰ ਮੀਟਿੰਗ ਕਰਾਂਗੇ। ਸੋ ਇਸ ਕਰਕੇ ਜੇ ਇਹ ਕੰਮ ਪਹਿਲਾਂ ਹੀ ਚੁੱਕੇ ਜਾਂਦੇ, ਇੱਕ ਕਦਮ ਸਟੈਪ ਪਹਿਲਾਂ ਹੀ ਲੈ ਜਾਂਦੇ ਤੇ ਅੱਜ ਕਿਸਾਨਾਂ ਦੀ ਇਹ ਹਾਲਤ ਨਹੀਂ ਹੋਣੀ ਸੀ। ਸੋ ਹੋਰ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਆਏ ਜੀ? ਪਟਿਆਲਾ ਜ਼ਿਲ੍ਹਾ ਜੀ। ਕੀ ਨਾਮ ਤੁਹਾਡਾ ਜੀ? ਬਲਦੇਵ ਸਿੰਘ। ਬਲਦੇਵ ਸਿੰਘ ਜੀ, ਕਿੰਨੇ ਕੁ ਦਿਨ ਹੋ ਗਏ ਇੱਥੇ ਆਇਆਂ ਨੂੰ? ਇੱਥੇ ਆਇਆਂ ਨੂੰ 5 ਦਿਨ ਹੋ ਗਏ ਜੀ। 5 ਦਿਨ ਤੁਹਾਨੂੰ ਹੋ ਗਏ? ਹਾਂਜੀ। ਘਰ 6 ਦਿਨ ਹੋ ਗਏ ਤੁਹਾਨੂੰ ਤੇ ਤੁਸੀਂ ਪਿੱਛੇ ਘਰ-ਬਾਰ ਛੱਡ ਕੇ ਆਏ ਹੋ, ਘਰੋਂ ਫੋਨ ਆਉਂਦਾ ਹੈ, ਪੁੱਛਦੇ ਨੇ ਤੁਹਾਡਾ ਹਾਲ ਚਾਲ? ਫੋਨ ਤੇ ਪੁੱਛਦੇ ਆਂਦਾ ਕੋਈ ਨਹੀਂ ਜੀ। ਹਾਂਜੀ। ਸੋ ਕੀ ਤੁਸੀਂ ਸੋਚ ਕੇ ਇੱਥੇ ਆਏ ਹੋ? ਤੁਹਾਨੂੰ ਲੱਗਦਾ ਹੈ ਕਿ ਮਸਲੇ ਦਾ ਹੱਲ ਨਿਕਲੇਗਾ? ਜ਼ਰੂਰ ਨਿਕਲੇਗਾ ਜੀ। ਨਹੀਂ ਨਿਕਲੇਗਾ ਤਾਂ ਅਸੀਂ ਇੱਥੋਂ ਜਾਣਾ ਨਹੀਂ, ਬੈਠੇ ਆ ਇੱਥੇ। ਹਾਂ। 2 ਸ਼ਬਦਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ? ਕੀ ਕਹੋਗੇ? ਅਸੀਂ ਕਹਿਣਾ ਚਾਹਾਂਗੇ ਵੀ 2 ਮਹੀਨੇ ਹੋ ਗਏ ਸਾਡੀ ਤੂੰ ਗੱਲ ਨਹੀਂ ਸੁਣੀਗੀ, ਹੁਣ ਅਸੀਂ ਤੇਰੀ ਧੌਣ ਤੇ ਗੋਡਾ ਰੱਖਿਆ, ਇਹ ਮੋਰਚਾ ਸਿਰੇ ਲਾ ਕੇ ਜਾਵਾਂਗੇ। ਭਲਾ ਸਾਨੂੰ ਜਾਨਾਂ ਵੀ ਕਿਉਂ ਨਾ ਕੁਰਬਾਨ ਕਰਨੀਆਂ ਪੈਣ। ਇੱਥੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਆਏ ਨੂੰ? ਸਾਨੂੰ ਇੱਥੇ ਆਉਣ ਨੂੰ 6 ਦਿਨ ਹੋ ਗਏ ਅੱਜ। ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ 6 ਮਹੀਨੇ ਵੀ ਇੱਥੇ ਬਹਿਣਾ ਪਿਆ ਤਾਂ ਅਸੀਂ ਬੈਠਾਂਗੇ। ਬਿਲਕੁਲ ਬੈਠਾਂਗੇ, ਬਿਲਕੁਲ ਬੈਠਾਂਗੇ। ਸੋ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਬਣਦੇ ਜਾਣਗੇ? ਕਿਸ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਰਬੜ ਦੀਆਂ ਗੋਲੀਆਂ, ਰਬੜ ਅਥਰੂ ਗੈਸ ਦੇ ਗੋਲੇ ਵੀ ਹੋਰ ਮੰਗਾਏ ਜਾ ਰਹੇ ਨੇ। ਉਸ ਮੰਗਾਏ ਜਾਣ, ਖੀਰੀਏ ਨੂੰ ਹੱਥ ਖੜੇ ਕਰਕੇ ਭੱਜਣਾ ਪੈਣਾ ਸਾਡੇ ਮੂਹਰੇ। ਸਾਡੀ ਸਿੱਖ ਕੌਮ ਇਹੋ ਜਿਹੀ ਜਸ਼ੀਲੀ ਆ, ਅਸੀਂ ਮੋਰਚਾ ਨਹੀਂ ਛੱਡਾਂਗੇ। ਜਦੋਂ ਸਾਡੀ ਖੇਤੀ ਜਾਂਦੀ ਆ ਤਾਂ ਸਾਡਾ ਸਰੀਰ ਜਾਊ ਤਾਂ ਜਾਵੇ। ਇੱਕ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਇੱਥੇ ਤਾਂ ਸਿਰਫ ਪੰਜਾਬ ਦੇ ਕਿਸਾਨ ਹੀ ਆਏ ਨੇ, ਹਰਿਆਣਾ ਦੇ ਕਿਸਾਨ ਉੱਥੇ ਨਹੀਂ ਗਏ। ਤੇ ਹਰਿਆਣਾ ਤੋਂ ਤੁਸੀਂ ਹੈਗੇ ਹੋ? ਬਿਲਕੁਲ ਹਰਿਆਣਾ ਦੇ ਕਿਸਾਨ ਆਏ ਆ। ਸੋ ਹਰਿਆਣੇ ਵਾਲੇ ਵੀਰ ਮੇਰੇ ਅੱਗੇ ਜ਼ਰੂਰ ਆ ਜਾਣ। ਭਾਈ ਮੈਂ ਹਰਿਆਣਾ ਦੇ ਨੌਜਵਾਨ ਕਿਸਾਨਾਂ ਨਾਲ ਵੀ ਗੱਲ ਕਰਾਂਗੇ। ਆਜੋ ਆਜੋ ਅੱਗੇ ਆਜੋ। ਸੋ ਇੱਕ ਵਾਰੀ ਤੁਸੀਂ ਆਪਣੇ ਆਧਾਰ ਕਾਰਡ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਵੀ ਦਿਖਾ ਦਿਓ, ਕਿਉਂਕਿ ਤੁਹਾਡੇ ਮੁੱਖ ਮੰਤਰੀ ਜੀ ਮੰਨਣ ਨੂੰ ਤਿਆਰ ਨਹੀਂ। ਜੀ ਮੇਰਾ ਆਧਾਰ ਕਾਰਡ ਐਡਰੈਸ ਵੇਖ ਲਓ, ਮੇਰਾ ਹਰਿਆਣੇ ਦਾ। ਜੇ ਕੋਈ ਆਖੇ ਹਰਿਆਣੇ ਤੋਂ ਆਏ ਕੋਈ ਨਹੀਂ ਹੈਗੇ। ਖੱਟੜ ਸਾਹਿਬ ਤੁਸੀਂ ਆ ਆਧਾਰ ਕਾਰਡ ਦੇਖ ਲਿਓ, ਫੋਟੋ ਵੀ ਦੇਖ ਲਿਓ। ਫੋਟੋ ਵੇਖ ਲਓ, ਸਾਰਾ ਕੁਝ। ਇਹ ਤੁਹਾਡੇ ਸੂਬੇ ਦੇ ਲੋਕ ਹੈਗੇ ਨੇ, ਵਾਸੀ ਹੈਗੇ ਨੇ, ਜਿਨ੍ਹਾਂ ਨੂੰ ਤੁਸੀਂ ਮੰਨਣ ਨੂੰ ਇਨਕਾਰ ਨਹੀਂ ਹੈਗੇ। ਆਹ ਦੇਖੋ, ਹੋਰ ਇਹ ਹਰਿਆਣੇ ਤੋਂ ਆਏ ਨੇ। ਤੁਸੀਂ ਕਹਿ ਰਹੇ ਹੋ ਕਿ ਇੱਥੇ ਹਰਿਆਣੇ ਦੇ ਕਿਸਾਨ ਨਹੀਂ ਆਏ, ਸਿਰਫ ਪੰਜਾਬ ਦੇ ਆਏ ਨੇ। ਰਾਜਸਥਾਨ ਦੇ ਵੀ ਇੱਥੇ ਖੜੇ ਨੇ, ਮੱਧ ਪ੍ਰਦੇਸ਼ ਦੇ ਵੀ ਖੜੇ ਨੇ, ਯੂਪੀ ਦੇ ਵੀ ਖੜੇ ਨੇ, ਕੇਰਲਾ ਦੇ ਵੀ ਖੜੇ ਨੇ। ਪੂਰੀ ਸਟੇਟ ਦੇ, ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਕਿਸਾਨ ਇੱਥੇ ਆਏ ਹੋਏ ਨੇ। ਹਰਿਆਣੇ ਦੇ ਤੁਸੀਂ ਕਿਹੜੀ ਥਾਂ ਰਹਿੰਦੇ ਹੋ? ਅਸੀਂ ਡਿਸਟ੍ਰਿਕਟ ਕੁਰਸ਼ੇਤਰ ਤੋਂ ਜੀ। ਕੁਰਸ਼ੇਤਰ ਤੋਂ ਕਿੰਨੇ ਕੁ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਵੀਰੇ ਅਸੀਂ ਰਾਸ਼ਨ ਦੀ ਸੇਵਾ ਕਰਨੇ ਪਏ ਆ। ਰਾਸ਼ਨ ਦੀ ਸੇਵਾ ਕਰ ਰਹੇ ਹੋ? ਤੁਹਾਡੀ ਮੁੱਖ ਮੰਤਰੀ ਤਾਂ ਮੰਨਦੇ ਹੀ ਨਹੀਂ, ਕਹਿੰਦੇ ਤੇ ਸਾਡੇ ਵਾਸੀ ਨਹੀਂ ਹੈਗੇ ਜਿਹੜੇ ਉੱਥੇ ਜਾ ਕੇ ਬੈਠੇ ਹੋਏ ਨੇ। ਕੀ ਕਹਿਣਾ ਚਾਹੋਗੇ? ਸਾਨੂੰ ਤੇ ਪਤਾ ਹੀ ਨਹੀਂ ਵੀ ਸਾਡਾ ਮੁੱਖ ਮੰਤਰੀ ਵੀ ਬਣਾਇਆ ਇਹਨੇ ਸਰਕਾਰ ਨੇ। ਅੱਜ ਤੱਕ ਉਹਦਾ ਕੋਈ ਬਿਆਨ ਸੁਣ ਕੇ ਵੇਖੋ। ਜਿਸ ਟਾਈਮ ਆਪਣਾ ਜੀਰੀ ਲਾਉਣ ਦਾ ਟਾਈਮ ਆਉਂਦਾ ਹੈ, ਆਂਦਾ ਵੀ ਜੀਰੀ ਨਾ ਲਾਓ, ਤੁਸੀਂ ਛੋਲੇ ਬੀਜ ਲਓ।
ਵੀ ਬੰਦਾ ਪੁੱਛੇ ਵੀ ਛੋਲੇ ਬੀਜਣ ਦਾ ਟਾਈਮ ਕਿਹੜਾ ਹੁੰਦਾ, ਵੀ ਕਣਕ ਦੇ ਟਾਈਮ ਬੀਜਦੇ ਨੇ ਕਿ ਮੂੰਜੀ ਦੇ ਟਾਈਮ, ਉਸ ਬੰਦੇ ਨੂੰ ਇਹ ਹੀ ਨਹੀਂ ਪਤਾ ਯਾਰ ਉਹ ਬਿਆਨਬਾਜ਼ੀ ਕੀ ਕਰੇਗਾ, ਬਸ ਦੱਸੋ ਤੁਸੀਂ। ਫਿਰ ਉਹ ਮੁੱਖ ਮੰਤਰੀ ਕਿਉਂ ਬਣਾਤਾ ਲੋਕਾਂ ਨੇ? ਯਾਰ ਲੋਕਾਂ ਨੇ ਕਿੱਥੇ ਬਣਾਇਆ, ਮੋਦੀ ਨੇ ਬਣਾਇਆ ਉਹਨੂੰ, ਸਾਡੇ ਹਰਿਆਣੇ ਦਾ ਮੁੱਖ ਮੰਤਰੀ ਦੇ। उसने क्या है ज्ञान नहीं खेती बाड़ी का, कोई भी ज्ञान नहीं ਚਲਾਉਣ ਦਾ ਵੀ ਨਹੀਂ ਪਤਾ। ਜੀ ਜੀ ਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਸੋਨੀਪਤ ਜ਼ਿਲ੍ਹੇ ਹਾਂ। ਸੋਨੀਪਤ ਰਹਿਣ ਵਾਲੇ ਤੇ ਤੁਹਾਡੇ ਜਿਹੜੇ ਮੁੱਖ ਮੰਤਰੀ ਵਾਰ-ਵਾਰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਸਾਡੇ ਕਿਸਾਨ ਨਹੀਂ ਗਏ ਉੱਥੇ, ਰਸਤੇ ਵਿੱਚ ਕਿੰਨੀਆਂ ਰੋਕਾਂ ਲਾਈਆਂ ਗਈਆਂ ਪੰਜਾਬ ਦੇ ਕਿਸਾਨਾਂ ਲਈ। ਮੈਂ ਤੁਹਾਡੇ ਤੋਂ ਉਸ ਸਮੇਂ ਦਾ ਹਾਲਾਤ ਜਾਣਨਾ ਚਾਹੁੰਦਾ ਜਦੋਂ ਪੰਜਾਬ ਦੇ ਕਿਸਾਨਾਂ ਲਈ ਰੋਕਾਂ ਲਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਮਦਦ ਕੀਤੀ ਪੰਜਾਬ ਦੇ ਕਿਸਾਨਾਂ ਦੀ? हरियाणा के खूब किसानों की, हरियाणा के खूब आ रहे हैं पे। ਸੋ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਏਕਾ ਕਿਵੇਂ ਦੇਖਦੇ ਹੋ ਤੁਸੀਂ? ਇਹ ਜੋ एकजुटता है एकजुटता है, कहाँ तक लेके जाएगी मोदी सरकार झुकेगी? तो घर तक ही जाएंगे जमा। ਇਦਾਂ ਦੀ ਸ਼ਬਦਾਵਲੀ ਮੈਂ ਨਹੀਂ ਕਹੂੰਗਾ, ਤੁਸੀਂ ਵਰਤੋ ਕਿਉਂਕਿ ਚੰਗੀ ਭਾਸ਼ਾ ਦੇ ਵਿੱਚ ਮੈਂ ਕਹਿੰਦਾ ਤੁਸੀਂ ਸੁਨੇਹਾ ਜ਼ਰੂਰ ਦਿਓ। बना दिए मार गिरे किसानी ने जमा, कर्जे में डुबो दिए जमा, कोई फसल पकती नहीं। एक बात बता, ये बात रहेगा रेट 1200 रुपये क्विंटल बक्का हरियाणा मंडी में, गुवाना परसों बक्या 2160 है, 1200 बक्या मेरे आगे परसों। गेहूं कर दिया, किले के 30 मन लेवांगे, बाकी कहाँ लेके जाएंगे? 60 मन गेहूं है, 30 मन कहाँ बेचेंगे? गलियों में जा बेचेंगे, गेहूं खरीद लो, गेहूं खरीद लो। हरियाणा सरकार पर दबाव बनता जा रहा है कि जो गठजोड़ सरकार है उनकी जो टाला जी की जननायक पार्टी कि वो इस्तीफा दे, किसानों के साथ आके खड़ा हो, लेकिन वो अभी तक उन्होंने इस्तीफा नहीं दिया। तो आप क्या सोचते हैं? सत्ता के भूखे हैं वो नहीं दिया करते इस्तीफा। भाई मैं बताऊंगा उसकी तो दुष्यंत की, भाई हमने दुष्यंत की वोट दी थी, फुल फ्लैग दी थी, उसकी वोट है। उसने 8-10 महकमे मिल रहे, मलाई खाना मिल रही हो, कितना इस्तीफा देगा भाई जिन्हें पैसा मिलेगा? बोल रहे उसके पिताजी बोल रहे थे जज चटाला आज, बोला केंद्र सरकार को उनकी बात माननी चाहिए। तुम इस्तीफा नहीं दोगे, केंद्र सरकार कहाँ से बात मानेगी? जब इस्तीफा दोगे तभी तो दबाव बनेगा। अब वो मलाई खा रहे यार, 10 महकमे उसके पास, कैसे छूटेगा वो महकमे? नहीं, लेकिन वोट का अधिकार तो आपके पास है ना, तो आप तो अधिकार यार घेर दी, गलती होगी। उस टाइम तो इसके खिलाफ थे ना, हमने बीजेपी के खिलाफ घेरी थी वोट। ਬੀਜੇਪੀ ਨੂੰ ਛੱਡ ਕੇ ਇਹਨੂੰ ਵੋਟਾਂ ਪਾਈਆਂ ਹਨ ਵੀ ਕਿਸਾਨ ਦਾ ਪੁੱਤਰ ਏ ਤੇ ਕਿਸਾਨਾਂ ਦਾ ਕੁਛ ਨਾ ਕੁਛ ਭਲਾ ਕਰੇਗਾ, ਠੀਕ ਹੈ। ਸਾਨੂੰ ਕੀ ਪਤਾ ਸੀ ਇਹਨੇ ਜਾ ਕੇ ਫਿਰ ਬੀਜੇਪੀ ਦੀ ਝੋਲੀ 'ਚ ਬਹਿ ਜਾਣਾ ਤੇ ਉਲਟਾ ਹੁਣ ਇਹਨੂੰ ਇਹਨਾਂ ਨਹੀਂ ਪਤਾ ਵੀ ਤਿੰਨ ਜਿਹੜੇ ਕਾਨੂੰਨ ਬਣੇ ਨੇ ਨਾ ਵੀ ਇਹਨਾਂ ਦੇ ਵਿੱਚ ਲਿਖਿਆ ਕੀ ਗਿਆ, ਇਸ ਬੰਦੇ ਨੂੰ ਇਹ ਨਹੀਂ ਪਤਾ ਹੈਗਾ। ਸੋ ਤੁਸੀਂ ਸੁਣ ਰਹੇ ਹੋ ਕਿ ਹਰਿਆਣਾ ਦੇ ਲੋਕਾਂ ਦਾ ਕਹਿਣਾ ਹੈ ਕਿ ਦੁਸ਼ਯੰਤ ਚੌਟਾਲਾ ਕਿਸਾਨ ਦਾ ਪੁੱਤਰ ਹੈ, ਲੇਕਿਨ ਅੱਜ ਕਿਸਾਨਾਂ ਦੇ ਹੀ विरुद्ध जाके खड़ा हो गया है। किसान इतने आंदोलन करना है जी, उसका कोई बयान आया है? बयान नहीं आया अभी तक आया उसका बयान बंदेगा। जिस तरह से पंजाब में बीजेपी के नेताओं का गिराव हो रहा है, उनको बाहर निकलने नहीं दिया जा रहा, चुनाव प्रचार नहीं करने दिया जा रहा, क्या हरियाणा में भी आने वाले समय में ऐसी स्थिति बनेगी? बहुत अच्छी स्थिति बनेगी, घेराव भी होगा और ज्यादा बोलेंगे तो पट भी सके हैं, ये भी काम हो सका है। नहीं पीटना मत, क्योंकि मैं अरे यार एक बात बता, ये भी यहाँ पीटन लग रहे थे किसानों ने कि तो आंसू गैस के गोले पकाओ दे, कि तो पानी की बौछार, ये किसान नहीं है तो वह नहीं गाँव मांगे वोट मांगन उनका नहीं फिर काम होगा। तो यही बात है ना। ठीक है, तो एक कमेंट आया था जो कंगना रनौत का, एक तस्वीर के साथ उन्होंने एक जो बुजुर्ग माता जी यहाँ पे खाना बना रहे थे, उनको लिखा कि ये 100 रुपए में माता यहाँ पे ऐसे आ जाती है हमारे। तू आ जाना 100 रुपया हम देंगे तो 5000 दूंगा मैं, तो उसने बोला यार खाना बनवा उस पर यार, उस तो लाख रुपया रोज के देंगे उस पर खाना बनवा बोला गया। क्यों लगता है आपको, क्यों कंगना रनौत ने ऐसा कमेंट क्यों किया? क्या पता हमने क्यों किया? धोखा कर रहे हैं। आपको गोदी मीडिया से क्या इतराज है आप, क्योंकि बहुत सारे जो आतंकवादी बताओ हमने कितना आतंकवादी लगा, हमें बंदूक ले रहे हैं बता, हम आतंकवादी हमारे यार वहाँ तक उन्हें अपनी आवाज चाहिए यार, मीडिया वाले TRP। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? दिल्ली के इंजीनियर इला के पास में ही है। ये आपकी इनके लिए भाइयों के लिए सेवा के लिए आते हैं, पूछने के लिए कोई ज़रूरत है। बाकी भाई लोग बोले हमारे पास 6 महीने का राशन है, कोई दिक्कत नहीं। बाकी खेत की सब्जी अब्जी हम गोभी गाभी मूली वगैरह केले वगैरह ला के दिए थे कि भाइयों को, और पूछते रहते कोई दिक्कत है तो हम तुम्हारे साथ हैं। क्या नाम है आपका? मेरा नार सिंह नाम है जी। क्या काम करते हो आप? खेत का ही करते हैं। खेत का ही काम करते हो। आज खेती के मुद्दे पे किसान जो अलग अलग स्टेट्स हैं वहाँ से आए हुए हैं, तो आपको क्या लगता है कि जो पंजाब के, हरियाणा के, मध्य प्रदेश, यूपी, दिल्ली के किसान हैं? परेशान है जी, ऑल इंडिया परेशान है। किसान तो परेशान हर जगह है, कोई सुखी नहीं। इस मोदी ने देश हित के लिए कुछ काम किए, अच्छे किए, किसानों के लिए कुछ नहीं किया। किसान रो रहा है, कुछ नहीं करा मोदी ने। आप चाहते हैं कि क्या होना चाहिए फिर?
बहुत अच्छे। जो मांग है हमारी मांग पूरी होनी चाहिए, मांग इतनी पूरी नहीं होगी, इतनी यहाँ ये बॉर्डर नहीं खुलेगा दिल्ली। जैसे किसान कह रहे हैं कि अगर 6 महीने भी बैठना पड़े तो हम उनके साथ राशन साथ लेके आए हैं। बैठेंगे, राशन पानी की कोई दिक्कत नहीं होगी। जब हमारा हरियाणा के भाई भाई नहीं, जब हमारी लेडीज उठ कर आएगी तो ले सीधे दिल्ली में ही मारेंगे टक्कर, लट पड़ेगी। हाँ बिल्कुल पड़ेंगे क्यों नहीं। किसान पूरे देश का पेट भर सकता है, वो अपना पेट नहीं भर सकता। 6 महीने 1 साल भी हो जाए कोई दिक्कत नहीं है, इसमें कोई घबराने वाली बात नहीं है। ਸੋ ਮੋਦੀ ਸਾਹਿਬ ਤੁਸੀਂ ਵੀ ਸੁਣ ਲਓ ਕਿ ਇੱਥੇ ਦਿੱਲੀ ਦੇ ਵਿੱਚ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨ ਨਹੀਂ ਆਏ, ਇੱਥੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਆਏ ਨੇ। ਕੋਈ ਮੱਧ ਪ੍ਰਦੇਸ਼ ਤੋਂ, ਕੋਈ ਯੂਪੀ ਤੋਂ, ਕੋਈ ਕੇਰਲ ਤੋਂ, ਕੋਈ ਬਿਹਾਰ ਤੋਂ, ਕੋਈ ਪਟਨਾ ਤੋਂ, ਕੋਈ ਰਾਜਸਥਾਨ ਤੋਂ ਇੱਥੇ ਕਿਸਾਨ ਆਇਆ ਹੈ। ਸੋ ਤੁਹਾਨੂੰ ਛੇਤੀ ਹੀ ਇਹ ਮਸਲਾ ਹੱਲ ਕਰਨਾ ਪੈਣਾ ਹੈ। ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਜ਼ਿਆਦਾ ਦੁਖੀ ਹੈਗੇ ਨੇ, ਕਿਸਾਨਾਂ ਦੀ ਹਾਲਤ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ। ਜਿਹੜੀ ਜ਼ਮੀਨਾਂ ਹੈਗੀਆਂ ਨੇ ਹੁਣ ਉਹਨਾਂ ਨੂੰ ਇਹ ਵੀ ਸ਼ੰਕਾ ਹੈਗਾ ਕਿ ਜਿਹੜੇ ਤੁਸੀਂ ਖੇਤੀ ਕਾਨੂੰਨ ਲੈ ਕੇ ਆਏ ਹੋ ਉਹਨਾਂ ਨਾਲ ਇਹ ਜਿਹੜੀ ਜ਼ਮੀਨਾਂ ਹੈਗੀਆਂ ਨੇ ਉਹ ਵੀ ਉਹਨਾਂ ਦੇ ਹੱਥੋਂ ਜਾਣਗੀਆਂ। ਇਸ ਕਰਕੇ ਆਪਣੇ ਹੱਕਾਂ ਦੀ ਜਿਹੜੀ ਲੜਾਈ ਹੈਗੀ ਹੈ ਉਹ ਲੜ ਰਹੇ ਨੇ। ਕੁੰਡਲੀ ਬਾਰਡਰ ਤੋਂ ਕੈਮਰਾਮੈਨ ਆਕਾਸ਼ ਸਿੰਘ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।